ਹਾਏ ਪੱਤਾ ਪੱਤਾ ਜੋੜ ਕੇ ਰੁੱਖਾਂ ਦੀ ਓਏ ਸੰਘਣੀ ਛਾਂ ਹੋ ਗਈ, ਤੇ ਅੱਜ ਮੈਨੂੰ ਚੜ ਗਈ ਜਵਾਨੀ ਤੇ ਬੁੱਢੀ ਮੇਰੀ ਮਾਂ ਹੋ ਗਈ। ਰੱਬਾ ਤੇਰੀ ਹੋਂਦ ਦੇ ਜੀ ਸਦਕੇ, ਪਰ ਮੇਰੀ ਮਾਂ ਜਿੱਡਾ ਜ਼ਿਗਰਾ ਕਿਹਦਾ। ਮਾਂ ਦੀ ਬੁੱਕਲ ਦੀ ਦੁਨੀਆ ਤੇ ਪਿਓ ਦੇ ਮੋਢਿਆਂ ਤੇ ਚੁੱਕਿਆ ਹੋਇਆ ਜਹਾਨ ਇੱਕ ਬੱਚੇ ਦੇ ਲਈ ਸਭ ਤੋਂ ਖੂਬਸੂਰਤ ਹੁੰਦਾ ਹੈ। ਪਰ ਫਿਰ ਵੀ ਮਾਵਾਂ ਅਕਸਰ ਦਰਦਾਂ ਦੀਆਂ ਮਾਰੀਆਂ, ਹਾਲਾਤਾਂ ਦੀਆਂ ਹੰਬੀਆਂ ਤੇ ਜ਼ਿੰਦਗੀ ਦੀਆਂ ਸਤਾਈਆਂ ਜਾਂਦੀਆਂ ਨੇ। अच्छा इत्थे आके किवें लगदा? चाहे तो देख के जितना कि पता नहीं कौन किस्म भेजता होंगे किसी ने मैंने बचाने वास्ते। तेन बचाने वास्ते जिवें भेजदा हुंदा किदां लगदा? कल्ला वो महसूस करती सी। ते हुण जाना तां नहीं घर? नहीं मेरा घर साडे नाल है। हाय मेरी दा ते जा खुश है? कल मैं भी सारे खुश होंदे सारे खुश होंदे देख के। अच्छा ਤੇ ਸ਼ਾਇਦ ਉਹ ਬੱਚੇ ਹੀ ਭਾਗੇ ਹੈਗੇ ਆ ਜਿਹੜੇ ਆਪਣੇ ਮਾਵਾਂ ਨੂੰ ਇਦਾਂ ਛੱਡ ਦਿੰਦੇ ਆ। ਮਤਲਬ ਉਹ ਉਹਨਾਂ ਦੀਆਂ ਬਲੈਸਿੰਗਸ, ਉਹਨਾਂ ਦੀਆਂ ਸੋਭੇ ਸ਼ਾਮਾਂ, ਉਹਨਾਂ ਦੇ ਆਸ਼ੀਰਵਾਦ ਨਹੀਂ ਲੈ ਸਕਦੇ। ਕੁਝ ਸ਼ਾਇਦ ਉਹਨਾਂ ਨੂੰ ਇਹ ਲੱਗਦਾ ਵੀ ਸਾਡੇ ਤੇ ਟਾਈਮ ਨਹੀਂ ਆਉਣਾ, ਉਹਨਾਂ ਨੂੰ ਲੱਗਦਾ ਸੀ ਕਦੇ ਬੁੱਢੇ ਨਹੀਂ ਹੋਣਾ ਜਾਂ ਸਾਡੀ ਔਲਾਦ ਸਾਡੇ ਲਈ ਪਤਾ ਨਹੀਂ ਕੀ ਕਰੇਗੀ। ਪਰ ਪੰਜਾਬੀ 'ਚ ਇੱਕ ਕਹਾਵਤ ਹੈਗੀ ਹੈ, ਜੋ ਬੀਜਾਂਗੇ ਉਹੀ ਵੱਢਾਂਗੇ। ਵਕਤ ਦੀ ਨਬਜ਼ ਨੂੰ ਪਹਿਚਾਨਣਾ ਚਾਹੀਦਾ, ਕਿਉਂਕਿ ਇਹ ਸਾਡੀਆਂ ਬੇਸਿਕ ਜ਼ਿੰਮੇਵਾਰੀਆਂ। ਅਗਰ ਅਸੀਂ ਖੁਦ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਾਂਗੇ ਤਾਂ ਸਾਡੀ ਔਲਾਦ ਵੀ ਇਹੀ ਕੁਝ ਦੇਖੇਗੀ, ਤਾਂ ਫਿਰ ਅਸੀਂ ਵੀ ਆਪਣੇ ਕੱਲ੍ਹ ਦੀ ਕੋਈ ਜ਼ਿਆਦਾ ਉਮੀਦ ਨਾ ਰੱਖੀਏ। ਬਹੁਤ ਛੋਟੇ ਛੋਟੇ ਜਿੱਦ ਕਰਦੇ ਆ, ਮਤਲਬ ਉਹ ਆਪਾਂ ਆਪਣਾ ਹੱਕ ਵੀ ਜਤਾਉਂਦੇ ਆ। ਮੰਨ ਲਓ ਜੇ ਮੈਂ ਕਿਸੇ ਦਿਨ ਲੇਟ ਹੋ ਗਈ ਹਾਂ ਤੇ ਫਿਰ ਮੈਨੂੰ ਪੁੱਛਣਗੇ ਤੁਸੀਂ ਤੂੰ ਆਈ ਕਿਉਂ ਨਹੀਂ। ਇੱਕ ਮਾਤਾ ਜੀ ਸਾਡੇ ਹੈਗੇ ਆ, ਉਹ ਜਦੋਂ ਵੀ ਮੈਂ ਉਹਨਾਂ ਨੂੰ ਮਿਲਾਂ ਉਹ ਕਹਿੰਦੇ ਮੇਰਾ 5 ਕਿਲੋ ਭਾਰ ਖੂਨ ਵੱਧ ਗਿਆ। ਵੀ ਸਵੇਰੇ ਸ਼ਾਮ ਇਹਨਾਂ ਦੇ ਨਾਲ ਬੈਠਿਆ ਜਾਵੇ, ਇਹਨਾਂ ਦੇ ਮਨ ਨੂੰ ਕਿਸੇ ਹੋਰ ਪਾਸੇ ਲਾਇਆ ਜਾਵੇ, ਗੁਰਬਾਣੀ ਵੱਲੀ ਲਾਇਆ ਜਾਵੇ, ਪਾਠ ਸੁਣਾਇਆ ਜਾਵੇ ਇਹਨਾਂ ਨੂੰ। ਪਰ ਇਹਦੇ ਨਾਲ ਇਹ ਵੀ ਇੱਕ ਸੱਚ ਹੈਗਾ ਵੀ ਅਸੀਂ ਸਿਰਫ ਇਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹਾਂ, ਜਿਹੜੇ ਇਹਨਾਂ ਦੀਆਂ ਮਨ ਦੀਆਂ ਭਾਵਨਾਵਾਂ, ਮਨ 'ਚ ਵਲਵਲੇ ਉਹਨਾਂ ਨੂੰ ਪੂਰੇ ਨਹੀਂ ਕਰ ਸਕਦੇ। ਬਹੁਤ ਵਾਰੀ ਅਸੀਂ ਸਮਾਜ ਦੇ ਵਿੱਚ ਦੇਖਦੇ ਹਾਂ ਕਿ ਔਰਤਾਂ ਆਪਣੇ ਪਰਿਵਾਰ, ਆਪਣੇ ਘਰ ਦੇ ਲਈ ਆਪਣੇ ਹੱਕਾਂ ਦੀ ਬਲੀ ਦੇ ਦਿੰਦੀਆਂ ਨੇ, ਤੇ ਕਈ ਵਾਰ ਉਹਨਾਂ ਨੂੰ ਇਹ ਬਲੀ ਚੜਾ ਦਿੱਤਾ ਜਾਂਦਾ ਹੈ। ਮਤਲਬ ਇਹਨਾਂ ਦੀ ਨੂੰਹ ਵੀ ਹੈਗੀ ਹੈ, ਪਰ ਇਹ ਕਹਿੰਦੇ ਵੀ ਮੇਰੀ ਨੂੰਹ ਮੈਨੂੰ ਰੱਖਣਾ ਨਹੀਂ ਚਾਹੁੰਦੀ। ਤਾਂ ਮਤਲਬ ਕੋਈ ਭਲੇ ਬਣਦੇ ਸੀ, ਉਹਨਾਂ ਨੂੰ ਲੱਗਿਆ ਵੀ ਬਜ਼ੁਰਗ ਮਾਤਾ ਦਾ ਬੁਰਾ ਹਾਲ ਹੋ ਰਿਹਾ ਤੇ ਉਹ ਸਾਡੇ ਕੋਲੇ ਛੱਡ ਕੇ ਗਿਆ। ਹੁਣ ਮਤਲਬ ਪਰਿਵਾਰ ਹੋਣ ਦੇ ਬਾਵਜੂਦ ਵੀ ਇਹ ਸਾਡੇ ਕੋਲੇ ਹੈਗੇ ਆ। ਹੁਣ ਜਦੋਂ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਇਹ ਦੱਸਦੇ ਆ ਵੀ ਇਹਨਾਂ ਦੇ ਹਸਬੈਂਡ ਨੇ ਸ਼ਾਇਦ ਸੈਕਿੰਡ ਮੈਰਿਜ ਕਰ ਲਈ ਹੋਈ ਹੈ ਔਰ ਇੱਕ ਬੱਚਾ ਸੀ, ਉਹਦੀ ਡੈਥ ਹੋ ਚੁੱਕੀ ਹੈ। ਬਾਕੀ ਹੌਲੀ ਹੌਲੀ ਮਤਲਬ ਇਹ ਆਪਣੀ ਸਟੋਰੀ ਦੱਸਣਗੇ। ਮੈਂ ਅੱਜ ਆਈ ਹਾਂ ਸ਼ੁਭ ਕਰਮਨ ਸੇਵਾ ਸੁਸਾਇਟੀ ਦੇ ਵਿੱਚ। ਡਾਕਟਰ ਰਣਦੀਪ ਕੌਰ ਹੁਣੀ ਮੇਰੇ ਨਾਲ ਹਨ। ਉਹ ਸ਼ਖਸੀਅਤ ਹਨ ਜਿਨ੍ਹਾਂ ਨੇ ਉਹ ਮਾਵਾਂ ਜੋ ਬੇਸਹਾਰਾ ਹੋ ਗਈਆਂ ਸੀ ਉਹਨਾਂ ਦਾ ਸਹਾਰਾ ਬਣੇ। ਲਗਭਗ 35 ਦੇ ਕਰੀਬ ਮਾਵਾਂ ਹਨ ਜਿਨ੍ਹਾਂ ਦੀ ਦੇਖਭਾਲ ਇਸ ਵੇਲੇ ਡਾਕਟਰ ਸਾਹਿਬਾ ਕਰ ਰਹੇ ਹਨ। ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਕਿਸ ਤਰ੍ਹਾਂ ਦੇ ਹਾਲਾਤ ਨੇ, ਕਿੰਨਾ ਮੁਸ਼ਕਿਲਾਂ 'ਚੋਂ ਇਹ ਮਾਵਾਂ ਲੰਘੀਆਂ ਨੇ, ਕੀ ਇਹਨਾਂ ਦੀਆਂ ਕਹਾਣੀਆਂ ਨੇ ਤੇ ਕਿਉਂ ਉਹ ਇਸ ਪਾਸੇ ਆਏ ਕਿ ਇਹ ਦਰਦ ਉਹਨਾਂ ਦੇ ਕੋਲੋਂ ਦੇਖਿਆ ਨਹੀਂ ਗਿਆ। ਤਮਾਮ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਾਂਗੇ। ਮੌਜੂਦ ਨੇ, ਸਜਦਾ ਕਰਦੇ ਹਾਂ ਕਿਉਂਕਿ ਮਾਂ ਨੂੰ ਸਜਦਾ ਸਾਰਾ ਜੱਗ ਕਰਦਾ ਹੈ, ਤੇ ਉਹਨਾਂ ਇੰਨੀਆਂ ਸਾਰੀਆਂ ਮਾਵਾਂ ਦਾ ਭਾਰ ਆਪਣੇ ਮੋਢਿਆਂ ਤੇ ਉਹਨਾਂ ਦੀ ਪੂਰੀ ਜ਼ਿੰਦਗੀ ਦੇ ਲਈ ਚੁੱਕ ਲੈਣਾ ਮੇਰੇ ਖਿਆਲ ਨਾਲ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ। ਔਰ ਸਾਡਾ ਇਸ ਤੁਹਾਡੀ ਸੇਵਾ ਨੂੰ ਸਲਾਮ ਹੈ ਜੀ। ਸਭ ਤੋਂ ਪਹਿਲਾਂ ਤਾਂ ਇਹੀ ਹੈ ਕਿ 1.5 ਸਾਲ ਤੋਂ ਤੁਸੀਂ ਇਹ ਆਸ਼ਰਮ ਚਲਾਉਣਾ ਸ਼ੁਰੂ ਕੀਤਾ। ਕਿਹੜੀ ਉਹ ਇਹੋ ਜਿਹੀ ਇੱਕ ਚੀਜ਼ ਸੀ ਜਿਹਨੇ ਛੂਹ ਲਿਆ, ਜਿਹੜੀ ਦਿਲ 'ਤੇ ਆਉਣ ਲੱਗੀ ਕਿ ਇਹ ਸੋਚ ਲਿਆ ਕਿ ਇਹ ਕਰਨਾ ਹੈ? ਅਰਪਣ ਜੀ ਜਿਹੜੀ ਚੇਟਕ ਹੈ ਤਾਂ ਬਹੁਤ ਟਾਈਮ ਪਹਿਲਾਂ ਦੀ ਸੀ ਮਨ ਦੇ ਵਿੱਚ, ਪਰ ਕਈ ਵਾਰੀ ਆਪਾਂ ਸਮਾਜਿਕ ਲੈਵਲ ਦੇ ਉੱਤੇ, ਪਰਿਵਾਰਿਕ ਲੈਵਲ ਦੇ ਉੱਤੇ ਉਲਝੇ ਹੁੰਦੇ ਆ, ਤਾਂ ਹੌਲੀ ਹੌਲੀ ਵਾਹਿਗੁਰੂ ਨੇ ਉਹਨਾਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਫਾਰਗ ਕੀਤਾ। ਤੇ ਮਤਲਬ ਮੈਨੂੰ ਲੱਗਦਾ ਸੀ ਬੀਇੰਗ ਏ ਲੇਡੀ ਮੈਨੂੰ ਲੇਡੀਜ਼ ਦੇ ਲਈ ਕੁਝ ਕਰਨਾ ਚਾਹੀਦਾ, ਔਰ ਖਾਸ ਕਰਕੇ ਉਹਨਾਂ ਲੇਡੀਜ਼ ਲਈ ਕਰਨਾ ਚਾਹੀਦਾ ਜਿਹੜੀਆਂ ਕਿਸੇ ਨਾ ਕਿਸੇ ਸਦਮੇ ਦੀ ਵਜ੍ਹਾ ਕਰਕੇ, ਕਿਸੇ ਦਿਮਾਗੀ ਸੱਟ ਕਰਕੇ ਘਰੋਂ ਬੇਘਰ ਹੋ ਜਾਂਦੀਆਂ। ਕਿਉਂਕਿ ਇੱਕ ਆਦਮੀ ਜਿਹੜਾ ਹੈਗਾ ਉਹ ਬਾਹਰ ਰਾਤ ਕੱਟ ਲਏਗਾ, ਕਿਸੇ ਵੀ ਹਾਲਾਤ ਦੇ ਵਿੱਚ ਕੱਟ ਲਏਗਾ, ਤਾਂ ਉੱਥੇ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ। ਪਰ ਇੱਕ ਲੇਡੀ ਦਾ
ਹਰ ਤਰ੍ਹਾਂ ਦੇ ਨਾਲ ਸ਼ੋਸ਼ਣ ਹੁੰਦਾ, ਤੁਸੀਂ ਸਮਝਦੇ ਹੋ ਸਾਡਾ ਸਮਾਜਿਕ ਪੱਧਰ ਤੇ ਉੱਤੇ ਕਦਰਾਂ ਕੀਮਤਾਂ ਦੇ ਵਿੱਚ ਕਿੰਨਾ ਕੁ ਨਿਘਾਰ ਆ ਚੁੱਕਿਆ। ਤਾਂ ਉਸ ਲੈਵਲ ਤੇ ਮੈਨੂੰ ਲੱਗਦਾ ਸੀ ਵੀ ਇਹਨਾਂ ਦੀ ਜਿਹੜੀ ਜ਼ਿੰਦਗੀ ਹੈ ਬਦ ਤੋਂ ਬਦਤਰ ਹੋ ਜਾਂਦੀ ਹੈ। ਮੈਂ ਉਹਦੇ ਲਈ ਕੁਝ ਇੱਦਾਂ ਦਾ ਕਰਾਂ ਤਾਂ ਕਿ ਮੈਂ ਇਹਨਾਂ ਨੂੰ ਉਹਨਾਂ ਬੁਰੇ ਹਾਲਾਤਾਂ ਤੋਂ ਬਚਾ ਸਕਾਂ। ਇਸ ਕੋਸ਼ਿਸ਼ ਦੇ ਤਹਿਤ ਹੀ 1.5 ਸਾਲ ਪਹਿਲਾਂ ਮੈਂ ਇਹ ਆਰੰਭਿਆ ਜੀ। ਕਹਿੰਦੇ ਨੇ ਔਰਤ ਦਾ ਦਰਦ ਜਿਹੜਾ ਆ ਉਹ ਸਭ ਤੋਂ ਖੂਬ ਸਮਝ ਸਕਦੀ ਹੈ, ਪਰ ਬਹੁਤ ਵਾਰ ਇਦਾਂ ਹੁੰਦਾ ਹੈ ਕਿ ਔਰਤ ਸਮਝਣਾ ਹੀ ਨਹੀਂ ਚਾਹੁੰਦੀ ਹੁੰਦੀ। ਪਰ ਤੁਸੀਂ ਉਸ ਦਰਦ ਨੂੰ ਸਮਝਿਆ, ਮਹਿਸੂਸ ਕੀਤਾ, ਕੋਈ ਕਹਾਣੀ ਰਹੀ ਇਹਦੇ ਪਿੱਛੇ? ਹਾਂਜੀ, ਮੈਂ ਦੇਖਦੀ ਸੀ ਆਪਣੇ ਆਲੇ ਦੁਆਲੇ, ਕਿਉਂਕਿ ਮੇਰੇ ਨਾਲ ਜ਼ਿੰਦਗੀ ਦੇ ਵਿੱਚ 2-4 ਹਾਦਸੇ ਇੱਦਾਂ ਦੇ ਹੋਏ ਆ ਵੀ ਜਿੱਦਾਂ ਮੈਂ ਲੇਟ ਨਾਈਟ ਕਿਤੋਂ ਆ ਰਹੀ ਹਾਂ ਵਾਪਸ ਤੇ ਮੈਂ ਕਿਸੇ ਲੇਡੀ ਨੂੰ ਦੇਖਿਆ ਵੀ ਉਹ ਭਟਕ ਰਹੀ ਆ, ਉਹਨੂੰ ਜਾਣਨ ਦੀ ਕੋਸ਼ਿਸ਼ ਕੀਤੀ। ਔਰ 1-2 ਕੇਸਾਂ ਦੇ ਵਿੱਚ ਇੱਦਾਂ ਵੀ ਹੋਇਆ ਵੀ ਮੈਂ ਪੁਲਿਸ ਸਟੇਸ਼ਨ ਉਹਨਾਂ ਨੂੰ ਲੈ ਕੇ ਗਈ ਤਾਂ ਉੱਥੇ ਕੋਈ ਰਿਹਾਇਸ਼ ਦਾ ਬੰਦੋਬਸਤ ਰਾਤ ਦਾ ਨਹੀਂ ਸੀ। ਫਿਰ ਉਹਨਾਂ ਨੂੰ ਪੁੱਛਿਆ, ਮਤਲਬ ਥੋੜ੍ਹੀ ਐਫਰਟ ਕਰਨੀ ਪਈ, ਲੇਟ ਵੀ ਹੋਏ ਰਾਤ ਨੂੰ, ਉਹਨਾਂ ਨੂੰ ਘਰਾਂ 'ਚ ਛੱਡ ਕੇ ਵੀ ਆਂਦਾ। ਪਰ ਉਸ ਟਾਈਮ ਦੇ ਉੱਤੇ ਇਹ ਸੋਚਦੇ ਸੀ ਵੀ ਵਾਹਿਗੁਰੂ ਸ਼ੁਕਰ ਆ ਅਸੀਂ ਇੱਕ ਜ਼ਰੀਆ ਬਣੇ ਇਸ ਚੀਜ਼ ਦੇ ਲਈ। ਅਗਰ ਅੱਜ ਇਹ ਆਪਣੇ ਘਰ ਨਾ ਪਹੁੰਚਦੀ ਜਾਂ ਮੈਨੂੰ ਨਾ ਮਿਲੀ ਹੁੰਦੀ ਤਾਂ ਇਹਦਾ ਭਵਿੱਖ ਕੀ ਹੁੰਦਾ, ਇਹ ਸ਼ਾਇਦ ਮੈਂ ਵੀ ਸੋਚ ਕੇ ਕੰਬ ਜਾਵਾਂ। ਮਤਲਬ ਮੈਨੂੰ ਇਹ ਲੱਗਦਾ ਸੀ, ਇਸ ਕਰਕੇ ਮਤਲਬ ਇਹ ਭਾਵਨਾ ਮੇਰੇ ਅੰਦਰ ਕਾਫੀ ਦੇਰ ਤੋਂ ਸੀ। ਤਾਂ ਹੌਲੀ ਹੌਲੀ ਵਾਹਿਗੁਰੂ ਨੇ ਸਾਰੇ ਮੌਕੇ ਬਖਸ਼ੇ ਔਰ ਅੱਜ ਮੈਂ ਇਹਨਾਂ ਦੇ ਲਈ ਕੁਝ ਕਰ ਸਕ ਰਹੀ ਹਾਂ। ਹੁਣ ਇਹ ਜਿਹੜੀ ਤੁਹਾਡੀ ਜ਼ਿੰਦਗੀ ਹੈ, ਕੀ ਸਿਰਫ ਸੇਵਾ ਦੇ ਲੇਖੇ ਆ ਜਾਂ ਨਾਲ ਆਪਣਾ ਕੋਈ ਕੰਮਕਾਰ ਜਿਹੜਾ ਉਹ ਵੀ ਤੁਸੀਂ ਕਰਦੇ ਆ? ਨਹੀਂ ਜੀ, ਮੈਂ ਇੱਕ ਸਮਾਜਿਕ ਪ੍ਰਾਣੀ ਆ, ਇਸ ਕਰਕੇ ਮੈਂ ਆਪਣੀ ਵੀ ਜ਼ਿੰਦਗੀ ਦਾ ਬੋਝ ਆ ਜਿਹੜਾ ਉਹ ਚੱਕਣਾ ਹੈਗਾ। ਉਹਦੇ ਲਈ ਮੇਰਾ ਆਪਣਾ ਕੰਮ ਕਰ ਨਾਲ ਦੀ ਨਾਲ ਚੱਲਦਾ। ਕੁਝ ਟਾਈਮ ਮੈਂ ਉਹਦੇ ਲਈ ਦਿੰਦੀ ਹਾਂ, ਆਪਣੇ ਪਰਿਵਾਰ ਲਈ ਦਿੰਦੀ ਹਾਂ, ਔਰ ਕੁਝ ਟਾਈਮ ਇਹਨਾਂ ਲਈ ਦਿੰਦੀ ਹਾਂ, ਕਿਉਂਕਿ ਸਾਰਾ ਟਾਈਮ ਮੈਂ ਇਹਨਾਂ ਨੂੰ ਦੇ ਕੇ ਤੇ ਮੈਂ ਉਹ ਜ਼ਿੰਮੇਵਾਰੀਆਂ ਤੋਂ ਮੁਨਕਰ ਹੋ ਜਾਵਾਂਗੀ ਤਾਂ ਮੇਰੀ ਜ਼ਿੰਦਗੀ ਉਹ ਸਾਵੀਂ ਨਹੀਂ ਚੱਲ ਸਕਦੀ। ਇਸ ਕਰਕੇ ਮੈਂ ਦੋਨਾਂ ਨੂੰ ਹੀ ਬਰਾਬਰ ਲੈਵਲ ਦੇ ਉੱਤੇ ਲੈ ਕੇ ਚੱਲ ਰਹੀ ਹਾਂ। ਜਦੋਂ ਤੁਹਾਡੇ ਕੋਲ ਇਹ ਮਾਵਾਂ ਆਉਂਦੀਆਂ ਨੇ ਤੇ ਕਿੱਦਾਂ ਤੁਹਾਡੇ ਤੱਕ ਰਾਬਤਾ ਹੁੰਦਾ ਆ, ਕਿੰਨਾਂ ਦੁਆਰਾ ਫੋਨ ਕੀਤੇ ਜਾਂਦੇ ਆ? ਬਹੁਤ ਸਾਰੀ ਜਿਹੜੀਆਂ ਮਾਵਾਂ ਹੈਗੀਆਂ ਉਹ ਸਾਨੂੰ ਰੋਡ ਸਾਈਡ ਤੋਂ ਮਿਲਦੀਆਂ, ਕਿਉਂਕਿ ਜਦੋਂ ਆਪਾਂ ਜਿਹੜੇ ਵੀ ਫੀਲਡ ਦੇ ਵਿੱਚ ਹੁੰਦੇ ਹਾਂ ਤਾਂ ਤੁਹਾਡਾ ਨਜ਼ਰੀਆ ਉੱਦਾਂ ਦਾ ਹੋ ਜਾਂਦਾ। ਆਪਾਂ ਕਿਤੋਂ ਦੀ ਲੰਘਦੇ ਹਾਂ ਤਾਂ ਸਾਨੂੰ ਕਿਤੇ ਉੱਦਾਂ ਦੀ ਮਾਂ ਖੁਦ ਹੀ ਨਜ਼ਰ ਆ ਜਾਂਦੀ ਹੈ ਜਾਂ ਕੋਈ ਭੈਣ ਨਜ਼ਰ ਆ ਜਾਂਦੀ ਹੈ। ਪਰ ਹੁਣ ਤਾਂ ਪਬਲਿਕ ਦੇ ਵਿੱਚ ਵੀ, ਪੰਜਾਬ ਲੈਵਲ ਦੇ ਉੱਤੇ ਵੀ ਔਰ ਮਤਲਬ ਹੋਰ ਸਟੇਟਸ ਤੋਂ ਵੀ ਫੋਨ ਆ ਜਾਂਦੇ ਵੀ ਅਸੀਂ ਕਿਸੇ ਨੂੰ ਇੱਦਾਂ ਦੀ ਹਾਲਤ ਦੇ ਵਿੱਚ ਦੇਖਿਆ, ਅਗਰ ਤੁਸੀਂ ਕੁਝ ਕਰ ਸਕਦੇ ਹੋ ਤਾਂ ਪਲੀਜ਼ ਉਹਨਾਂ ਦੇ ਲਈ ਕੁਝ ਕਰੋ। ਤਾਂ ਮਤਲਬ ਇੱਦਾਂ ਉਹ ਰਾਬਤਾ ਕਾਇਮ ਹੋ ਜਾਂਦਾ। ਇਸ ਵਕਤ ਕਿੰਨੀਆਂ ਮਾਵਾਂ ਨੇ ਜਾਂ ਕੀ ਕੋਈ ਹੋਰ ਉਮਰ ਵਰਗ ਦੀਆਂ ਵੀ ਔਰਤਾਂ ਹੈਗੀਆਂ ਨੇ ਜਿਨ੍ਹਾਂ ਦੀ ਤੁਸੀਂ ਸਾਂਭ ਸੰਭਾਲ ਕਰ ਰਹੇ ਆ? ਜੀ ਬਿਲਕੁਲ, ਤਕਰੀਬਨ ਇਸ ਟਾਈਮ ਤੇ 35-36 ਦੇ ਕਰੀਬ ਮਾਵਾਂ ਸਾਡੇ ਕੋਲ ਹੈਗੀਆਂ। ਔਰ ਜਿਹੜਾ ਹੁਣ ਤੱਕ ਪਿਛਲੇ 1.5 ਸਾਲ ਦੇ ਵਿੱਚ ਆਉਣਾ ਜਾਣਾ ਰਿਹਾ ਉਹ ਤਕਰੀਬਨ 50 ਮਾਵਾਂ ਭੈਣਾਂ ਦਾ ਰਿਹਾ। ਤੇ ਜਿਹੜਾ ਉਮਰ ਵਰਗ ਹੈਗਾ ਉਹਦੇ ਵਿੱਚ ਬਜ਼ੁਰਗ ਮਾਵਾਂ ਵੀ ਹੈਗੀਆਂ ਔਰ ਕੁਝ ਭੈਣਾਂ ਜਾਂ ਬੇਟੀਆਂ ਵੀ ਹੈਗੀਆਂ, ਮਤਲਬ ਜਿਹੜੀਆਂ ਬੜੇ ਬੁਰੇ ਹਾਲਾਤ ਦੇ ਵਿੱਚ ਮਿਲੀਆਂ ਸੀਗੀਆਂ ਤੇ ਉਹਨਾਂ ਨੂੰ ਸੰਭਾਲਣਾ ਮੈਨੂੰ ਮੇਰੀ ਜ਼ਿੰਮੇਵਾਰੀ ਲੱਗੀ। ਹਾਲਾਂਕਿ ਉਹ ਸਾਰੀ ਲਾਈਫ ਦੀ ਜ਼ਿੰਮੇਵਾਰੀ ਲੈਣਾ ਬਹੁਤ ਮੁਸ਼ਕਲ ਹੁੰਦਾ, ਕਿਉਂਕਿ ਜਿਹੜੀਆਂ ਬਜ਼ੁਰਗ ਮਾਵਾਂ ਇਹਨਾਂ ਦੀ ਲਾਈਫ ਦੇ ਕੁਝ ਸਾਲ ਬਚੇ ਹੋਣਗੇ, ਕਿਉਂਕਿ ਅਸੀਂ ਸਾਰਿਆਂ ਨੇ ਵਾਹਿਗੁਰੂ ਦੇ ਘਰ ਵਾਪਸ ਜਾਣਾ। ਤਾਂ ਉਹਨਾਂ ਨੂੰ ਸੰਭਾਲਣਾ ਤਾਂ ਸੌਖਾ ਹੈ, ਕੋਈ ਇੱਦਾਂ ਦੀ ਦਿੱਕਤ ਨਹੀਂ ਹੈ। ਪਰ ਜਿਹੜੀਆਂ ਬੱਚੀਆਂ ਹੈਗੀਆਂ, ਮਤਲਬ ਲੜਕੀਆਂ ਲੱਗਦੀਆਂ ਮੈਨੂੰ, ਮੇਰੀਆਂ ਬੇਟੀਆਂ ਦੀ ਤਰ੍ਹਾਂ ਜਾਂ ਮੇਰੀਆਂ ਛੋਟੀਆਂ ਭੈਣਾਂ ਦੀ ਤਰ੍ਹਾਂ ਲੱਗਦੀਆਂ, ਉਹਨਾਂ ਦੇ ਵਿੱਚੋਂ ਵੀ ਕੁਝ ਲੋਕ ਇੱਦਾਂ ਦੇ ਹੈਗੇ ਆ ਔਰ ਅਸੀਂ ਉਹਨਾਂ ਦੀ ਜ਼ਿੰਦਗੀ 'ਚ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਛਾ, ਕਿਸ ਤਰ੍ਹਾਂ ਦਾ ਸਰੀਰਿਕ ਜਾਂ ਫਿਰ ਜਿਹੜਾ ਮਾਨਸਿਕ ਜ਼ੁਲਮ ਆ ਹੈ ਨਾ, ਉਹ ਇਹਨਾਂ ਦੇ ਉੱਤੇ ਢਾਇਆ ਹੁੰਦਾ ਆ ਜਦੋਂ ਇਹ ਤੁਹਾਡੇ ਕੋਲ ਆਉਂਦੀਆਂ ਆ? ਕਿਉਂਕਿ ਜਦੋਂ ਅਸੀਂ ਇਹਨਾਂ ਨੂੰ ਹੁਣ ਦੇਖ ਰਹੇ ਹੈਗੇ ਆ, ਇਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਨੇ ਜਿਨ੍ਹਾਂ ਦੀਆਂ ਗੱਲਾਂ ਸਾਨੂੰ ਸਮਝ ਨਹੀਂ ਆਉਂਦੀਆਂ ਜਾਂ ਜਿਨ੍ਹਾਂ ਦੇ ਉੱਤੇ ਐਂ ਲੱਗਦਾ ਕਿ ਕੋਈ ਮਾਨਸਿਕ ਤਸ਼ੱਦਦ, ਕੋਈ ਸਰੀਰਿਕ ਇਹਨਾਂ ਦੇ ਨਾਲ ਵੀ ਜਿਹੜਿਆ ਹੋਇਆ ਹੈਗਾ। ਸੋ ਕਿਸ ਤਰ੍ਹਾਂ ਦੇ ਜ਼ੁਲਮਾਂ ਦਾ ਸ਼ਿਕਾਰ ਇਹ ਹੁੰਦੀਆਂ ਨੇ, ਤਾਂ ਕਿ ਉਹ ਲੋਕ ਜਿਹੜੇ ਇਹ ਸੋਚਦੇ ਨੇ ਕਿ ਅਸੀਂ ਆਪਣੇ ਘਰ ਦੀਆਂ ਔਰਤਾਂ ਨੂੰ ਇੱਦਾਂ ਹੀ ਘਰੋਂ ਬਾਹਰ ਕੱਢ ਦਈਏ, ਇਹ ਜਾਂ ਚੰਗੀਆਂ ਨਹੀਂ, ਜਾਂ ਤਾਨੇ ਮਿਹਣੇ ਮਾਰ ਕੇ, ਉਹਨਾਂ ਨੂੰ ਪਤਾ ਹੋਵੇ ਕਿ ਆਖਿਰ ਕਿੱਦਾਂ ਦੇ ਹਾਲਾਤ ਉਹਨਾਂ ਲਈ ਬਣਦੇ ਨੇ। ਜੀ ਹਾਲਾਤ ਦੇਖੋ ਬੁਰੇ ਹੁੰਦੇ ਆ, ਬਹੁਤ ਜ਼ਿਆਦਾ ਬੁਰੇ ਹੁੰਦੇ ਆ ਔਰ ਇਹ ਡਰੀਆਂ ਬਹੁਤ ਬੁਰੀ ਹਾਲਤ ਦੇ ਵਿੱਚ ਹੁੰਦੀਆਂ, ਕਿਉਂਕਿ ਪਤਾ ਨਹੀਂ ਜਦੋਂ ਇਹ ਘਰ ਤੋਂ ਬਾਹਰ ਹੈਗੀਆਂ ਉਦੋਂ ਕਿੱਦਾਂ ਦੇ ਲੋਕਾਂ ਨਾਲ ਇਹਨਾਂ ਦਾ ਬਾਹ ਪਿਆ, ਕਿਵੇਂ ਦੇ ਇਹਨਾਂ ਦੇ ਨਾਲ ਇਹਨਾਂ ਦਾ ਸ਼ੋਸ਼ਣ ਹੋਇਆ। ਮਤਲਬ ਜਦੋਂ ਮੈਂ ਵੀ ਇਹਨਾਂ ਨੂੰ ਮਿਲਦੀ ਹਾਂ ਤਾਂ ਇੱਕਦਮ ਕਈ ਵਾਰੀ ਤਾਂ ਬੜੀ ਖਿੱਚ ਨਾਲ ਮਿਲਦੀ ਹਾਂ ਵੀ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਸਾਡਾ ਕੋਈ ਵੈਲ ਵਿਸ਼ਰ ਜਾਂ ਸਾਨੂੰ ਕੋਈ ਬਚਾਉਣ ਵਾਲਾ ਆ ਗਿਆ, ਮਤਲਬ ਉਹ ਆਪਣੇ ਆਪ ਨੂੰ ਸੇਫ ਹੱਥਾਂ 'ਚ ਸਮਝਦੀਆਂ। ਔਰ ਕਈ ਵਾਰੀ ਹਾਲਾਤ ਉਲਟੇ ਵੀ ਹੁੰਦੇ ਆ, ਮਤਲਬ ਉਹ ਮੇਰੇ 'ਤੇ ਵੀ ਫੇਦ ਨਹੀਂ ਕਰ ਪਾਉਂਦੀਆਂ, ਮਤਲਬ ਇੰਨਾ ਉਹਨਾਂ ਦੇ ਮਨ ਦੇ ਵਿੱਚ ਡਰ ਹੁੰਦਾ। ਹਾਂ, ਇਹ ਵਾਹਿਗੁਰੂ ਦਾ ਸ਼ੁਕਰ ਜ਼ਰੂਰ ਹੈਗਾ ਵੀ ਜਦੋਂ ਇਸ 4 ਦੀਵਾਰੀ ਦੇ ਅੰਦਰ ਆ ਜਾਂਦੀਆਂ ਔਰ ਬਾਕੀ ਮਾਵਾਂ ਨੂੰ, ਬਾਕੀ ਭੈਣਾਂ ਨੂੰ ਦੇਖਦੀਆਂ, ਫਿਰ ਉਹਨਾਂ ਦੇ ਮਨ ਨੂੰ ਤਸੱਲੀ ਹੋ ਜਾਂਦੀ ਔਰ ਫਿਰ ਉਹ ਰਿਐਕਟ ਕਰਨਾ ਬੰਦ ਕਰ ਦਿੰਦੇ। ਡਾਕਟਰ ਰਣਦੀਪ, ਇਸ ਲਾਕਡਾਊਨ ਦੇ ਵਿੱਚ ਬਹੁਤ ਸਾਰੇ ਅੰਕੜੇ ਆਏ ਸੀ ਜਿਨ੍ਹਾਂ ਦੇ ਵਿੱਚ ਇਹ ਸੀ ਕਿ ਔਰਤਾਂ 'ਤੇ ਘਰੇਲੂ ਤਸ਼ੱਦਦ ਬਹੁਤ ਜ਼ਿਆਦਾ ਵਧਿਆ ਹੈ ਨਾ। ਸੋ ਇੱਦਾਂ ਦੇ ਵੀ ਕੋਈ ਹਾਲਾਤਾਂ ਦਾ ਸ਼ਿਕਾਰ ਕੋਈ ਔਰਤ, ਕੋਈ ਮਾਂ, ਕੋਈ ਭੈਣ ਜਿਹੜੀ ਇੱਥੇ ਪਹੁੰਚੀ ਹੋਵੇ?
ਹਾਂਜੀ ਬਿਲਕੁਲ, ਲੋਕਡਾਊਨ ਦੇ ਦਿਨਾਂ ਦੇ ਵਿੱਚ ਜੂਨ ਮਹੀਨੇ ਦੇ ਵਿੱਚ ਜਦੋਂ ਸਟਾਰਟਿੰਗ ਸੀ ਤਾਂ ਸਾਨੂੰ ਲੁਧਿਆਣੇ ਤੋਂ ਹੀ ਇੱਕ ਲੜਕੀ, ਮਤਲਬ ਲੜਕੀ ਕਹਾਂਗੀ ਮੈਂ, 35-36 ਸਾਲ ਦੀ ਲੜਕੀ ਸੀ, ਤਾਂ ਉਹ ਮਿਲੀ। ਮਤਲਬ ਇੰਨੇ ਕੁ ਬੁਰੇ ਹਾਲਾਤ ਸੀ ਕਿ ਉਹਦੇ ਸਰੀਰ ਦੇ ਉੱਤੇ ਕੱਪੜੇ ਵੀ ਪੂਰੇ ਨਹੀਂ ਸੀ ਹੈਗੇ। ਉਹਨੂੰ ਅਸੀਂ ਆਪਣੇ ਕੋਲੇ ਲੈ ਕੇ ਆਏ, ਉਹਦਾ ਟ੍ਰੀਟਮੈਂਟ ਸਟਾਰਟ ਕਰਵਾਇਆ ਔਰ ਉਹ ਪਿਛਲੇ ਮਹੀਨੇ ਮਤਲਬ ਬਿਲਕੁਲ ਠੀਕ ਹੋ ਗਈ ਔਰ ਉਹਨੇ ਐਡਰੈਸ ਦੱਸਣਾ ਸ਼ੁਰੂ ਕੀਤਾ। ਜਦੋਂ ਐਡਰੈਸ ਦੱਸਿਆ ਤਾਂ ਉਹ ਕਾਨਪੁਰ ਦੀ ਸੀ। ਉਹਨੂੰ ਫਿਰ ਵੈਰੀਫਾਈ ਕਰਾਇਆ, ਕੋਈ ਰੱਬ ਦਾ ਬੰਦਾ ਇੱਦਾਂ ਦਾ ਮਿਲਿਆ ਵੀ ਜਿਹਨੇ ਆਪਣੇ ਆਪ ਹੀ ਫੋਨ ਕਰਕੇ ਕਿਹਾ ਵੀ ਮੈਨੂੰ ਜੇ ਤੁਸੀਂ ਐਡਰੈਸ ਦੱਸੋ ਤਾਂ ਮੈਂ ਵੈਰੀਫਾਈ ਕਰਕੇ ਦਊਂਗਾ। ਮਤਲਬ ਉਹ ਮਸੀਹਾ ਕਹਿ ਸਕਦੇ ਹਾਂ ਜਾਂ ਰੱਬ ਦਾ ਭੇਜਿਆ ਹੋਇਆ ਇੱਕ ਇਨਸਾਨ ਆਪਣੇ ਆਪ ਹੀ ਸਾਡੇ ਸੰਪਰਕ 'ਚ ਆ ਗਿਆ। ਉਹਨੇ ਵੈਰੀਫਾਈ ਕੀਤਾ ਔਰ ਐਡਰੈਸ ਐਨ ਬਿਨ ਸਹੀ ਨਿਕਲਿਆ। ਅਤੇ ਉਹ ਮੈਂ ਉਸ ਪਰਿਵਾਰ ਦਾ ਵੀ ਥੈਂਕਸ ਕਰਨਾ ਚਾਹੁੰਦੀ ਹਾਂ, ਕਿਉਂਕਿ ਹੁਣ ਤੱਕ ਜਿਹੜਾ ਮੇਰਾ ਐਕਸਪੀਰੀਅੰਸ ਰਿਹਾ ਉਹਦੇ 'ਚ ਪਹਿਲਾ ਕੇਸ ਆ ਵੀ ਘਰ ਵਾਲਿਆਂ ਨੇ ਇੰਨੀ ਖਿੱਚ ਦਿਖਾਈ। ਜਦੋਂ ਹੀ ਉਹਨਾਂ ਨੂੰ ਪਤਾ ਲੱਗਿਆ ਤੇ ਉਹ ਅਗਲੇ ਦਿਨ ਹੀ ਉਹ ਬੱਸ 'ਚ ਵਿਚਾਰੇ ਬੈਠ ਗਏ, ਕਿਉਂਕਿ ਟ੍ਰੇਨ ਟਿਕਟਸ ਏਡੀ ਜਲਦੀ ਅਵੇਲੇਬਲ ਨਹੀਂ ਹੈਗੀਆਂ, ਅਤੇ ਉਹ ਉਹਨੂੰ ਲੈਣ ਦੇ ਲਈ ਆ ਗਏ। ਅਗਲੇ ਦਿਨ ਮੇਰੇ ਕੋਲੇ ਪਹੁੰਚੇ ਔਰ ਉਹਨੂੰ ਉਹ ਲੈ ਕੇ ਗਏ। ਤਾਂ ਮਤਲਬ ਹੈ ਇੱਦਾਂ ਦੇ ਹਾਲਾਤਾਂ ਦੇ ਵਿੱਚ ਵੀ। ਔਰ ਉਹਨਾਂ ਨੇ ਦੱਸਿਆ ਵੀ ਇਹ 18 ਫਰਵਰੀ ਦੀ ਗੁੰਮ ਹੋਈ ਸੀ, ਠੀਕ ਹੈ। 22 ਮਾਰਚ ਨੂੰ ਲੋਕਡਾਊਨ ਲੱਗ ਗਿਆ, ਤਾਂ ਉਹ ਲੋਕਡਾਊਨ ਲੱਗਣ ਦੀ ਵਜ੍ਹਾ ਕਰਕੇ ਉਹ ਵੀ ਕੋਸ਼ਿਸ਼ ਨਹੀਂ, ਉਨੀ ਦੇਰ ਤੱਕ ਉਹ ਵਿਚਾਰੇ ਕੋਸ਼ਿਸ਼ ਕਰਦੇ ਰਹੇ। ਔਰ ਇਹ ਸੋਚੋ ਤੁਸੀਂ, ਕਾਨਪੁਰ ਤੋਂ ਲੁਧਿਆਣੇ ਦਾ ਰਸਤਾ ਸ਼ਾਇਦ 750-800 ਕਿਲੋਮੀਟਰ ਦਾ, ਔਰ ਉਹ ਉੱਥੋਂ ਇੱਥੇ ਕਿੱਦਾਂ ਪਹੁੰਚ ਗਈ ਉਹਨੂੰ ਵੀ ਨਹੀਂ ਪਤਾ। ਮਤਲਬ ਅਸੀਂ ਕਹਿ ਸਕਦੇ ਕਿ ਲਾਕਡਾਊਨ 'ਚ ਜਿੱਥੇ ਸਾਰਾ ਕੁਝ ਠੱਪ ਸੀਗਾ, ਉੱਥੇ ਇਹ ਨਹੀਂ ਸੀ ਕਿ ਜ਼ੁਲਮਾਂ ਦੀ ਜਿਹੜੀ ਦਾਸਤਾਂ ਉਹਦੇ ਤੇ ਕੋਈ ਬ੍ਰੇਕ ਨਹੀਂ ਲੱਗੀ ਸੀ। ਉਹ ਜਿਹੜੀਆਂ ਔਰਤਾਂ ਜਿਹੜੇ ਹਾਲਾਤਾਂ ਦੇ ਵਿੱਚ ਜਿੱਥੇ ਜਿੱਥੇ ਵੀ ਸੀਗੀਆਂ, ਉੱਥੇ ਜਿਸ ਤਰੀਕੇ ਦੇ ਨਾਲ ਵੀ ਉਹਨਾਂ ਦੇ ਨਾਲ ਬੁਰਾ ਹੋ ਸਕਦਾ ਸੀ ਉਹ ਹੋਇਆ। ਖਾਸ ਕਰਕੇ ਉਹ ਜਿਹੜੀਆਂ ਕੁਝ ਹਾਲਾਤਾਂ ਨੂੰ ਸਮਝ ਨਹੀਂ ਸਕਦੀਆਂ ਸੀ ਤੇ ਮਾੜੇ ਹਾਲਾਤਾਂ ਦਾ ਸ਼ਿਕਾਰ ਹੋਈਆਂ ਸੀ ਜੀ, ਉਹਨਾਂ ਦੇ ਪਰਿਵਾਰ ਨੇ ਜਿਹੜੀ ਸੀਗੀ ਉਹ ਖਿੱਚ ਦਿਖਾਈ। ਜੇਕਰ ਮੈਂ ਇੱਥੇ ਜਿਹੜੀਆਂ ਇਸ ਵੇਲੇ ਆਪਣੇ ਕੋਲ ਮਾਵਾਂ ਨੇ, ਇਹਨਾਂ ਦੀ ਜੇਕਰ ਅਸੀਂ ਗੱਲ ਕਰੀਏ ਤੇ ਕਿਵੇਂ ਪਰਿਵਾਰ ਦੇ ਜ਼ਰੀਏ ਇੱਥੇ ਆਉਂਦੀਆਂ ਨੇ ਜਾਂ ਖੁਦ ਆਉਂਦੀਆਂ ਨੇ ਜਾਂ ਮੋਸਟਲੀ ਲੋਕ ਛੱਡ ਜਾਂਦੇ ਜਾਂ ਤੁਹਾਡੀ ਟੀਮ ਲੈਣ ਜਾਂਦੀ ਹੈ? ਅਸੀਂ ਖੁਦ ਵੈਰੀਫਾਈ ਕਰਦੇ ਹਾਂ ਵੀ ਇਹਨਾਂ ਨੂੰ ਸਾਡੀ ਜ਼ਰੂਰਤ ਹੈਗੀ ਹੈ, ਕਿਉਂਕਿ ਬਹੁਤ ਸਾਰੇ ਪਰਿਵਾਰਾਂ ਦੇ ਇੱਦਾਂ ਦੇ ਫੋਨ ਆਉਂਦੇ ਆ ਜੀ ਅਸੀਂ ਛੱਡ ਕੇ ਜਾਣਾ ਆਪਣੀ ਮਾਂ ਨੂੰ, ਜਾਂ ਅਸੀਂ ਆਪਣੀ ਭੈਣ ਹੈਗੀ ਆ ਉਹ ਮੈਂਟਲੀ ਅਪਸੈਟ ਹੈਗੀ ਆ ਔਰ ਸਾਡੇ ਤੋਂ ਸੰਭਾਲੀ ਨਹੀਂ ਜਾਂਦੀ, ਉਹ ਮੈਡੀਸਨ ਵੀ ਨਹੀਂ ਲੈਂਦੀ, ਤੁਸੀਂ ਕੁਛ ਦੇਰ ਲਈ ਉਹਨੂੰ ਆਪਣੇ ਕੋਲੇ ਰੱਖ ਲਓ। ਮਤਲਬ ਇੱਦਾਂ ਦੇ ਭਲੇ ਮਾਨਸ ਲੋਕ ਵੀ, ਕਹੂੰਗੀ ਮੈਂ ਮਤਲਬ ਦੂਸਰੇ ਲਫ਼ਜ਼ਾਂ ਦੇ ਵਿੱਚ, ਵੀ ਉਹ ਵੀ ਸਾਡੇ ਨਾਲ ਸੰਪਰਕ ਕਰਦੇ ਆ, ਪਰ ਅਸੀਂ ਉਹਨਾਂ ਨੂੰ ਹੱਥ ਜੋੜ ਦਿੰਦੇ ਹਾਂ ਵੀ ਵਾਹਿਗੁਰੂ ਨੇ ਤੁਹਾਡੀ ਡਿਊਟੀ ਲਾਈ ਹੈ, ਤੁਸੀਂ ਪਰਿਵਾਰ ਹੋ ਉਹਨਾਂ ਦਾ, ਔਰ ਰੱਬ ਨਾ ਕਰੇ ਕੱਲ੍ਹ ਨੂੰ ਇਹ ਤੁਹਾਡੀ ਸਥਿਤੀ ਹੋ ਜਾਏ ਤਾਂ ਤੁਸੀਂ ਕੀ ਕਰੋਗੇ। ਅਤੇ ਅਸੀਂ ਖੁਦ ਹੀ ਵੈਰੀਫਾਈ ਕਰਦੇ ਹਾਂ, ਅਸੀਂ ਖੁਦ ਜਾ ਕੇ ਲੈ ਕੇ ਆਉਂਦੇ ਜੀ। ਜੇਕਰ ਜਿਵੇਂ ਇੱਥੇ ਜਿਹੜੀਆਂ ਤੁਹਾਡੇ ਕੋਲ ਮਾਵਾਂ ਨੇ, ਜੇਕਰ ਅਸੀਂ ਗੱਲ ਕਰੀਏ ਤੇ 50 ਤੋਂ ਉੱਪਰ ਦੀ ਏਜ ਦੀਆਂ ਨੇ ਜ਼ਿਆਦਾਤਰ, ਹੈ ਨਾ, ਤੇ ਅਸੀਂ ਕਹਿੰਦੇ ਨੇ ਕਿ ਬਜ਼ੁਰਗਾਂ ਦਾ ਮਨ ਬੱਚਿਆਂ ਵਰਗਾ ਹੋ ਜਾਂਦਾ ਹੈ, ਮਾਨਸਿਕ ਸਰੀਰਿਕ ਤਸ਼ੱਦਦ ਦਾ ਸ਼ਿਕਾਰ ਨੇ। ਕੀ ਕਦੇ ਕੋਈ ਹੱਠ, ਕਦੀ ਜਿੱਦ ਇੱਦਾਂ ਕਦੀ ਕਰਦੇ ਆ? ਹਾਂ, ਬਹੁਤ ਛੋਟੇ ਛੋਟੇ ਜਿੱਦ ਕਰਦੇ ਆ, ਮਤਲਬ ਉਹ ਆਪਾਂ ਆਪਣਾ ਹੱਕ ਵੀ ਜਤਾਉਂਦੇ ਆ। ਮੰਨ ਲਓ ਜੇ ਮੈਂ ਕਿਸੇ ਦਿਨ ਲੇਟ ਹੋ ਗਈ ਹਾਂ ਅਤੇ ਫਿਰ ਮੈਨੂੰ ਪੁੱਛਣਗੇ ਤੁਸੀਂ ਤੂੰ ਆਈ ਕਿਉਂ ਨਹੀਂ। ਇੱਕ ਮਾਤਾ ਜੀ ਸਾਡੇ ਹੈਗੇ ਆ, ਉਹ ਜਦੋਂ ਵੀ ਮੈਂ ਉਹਨਾਂ ਨੂੰ ਮਿਲਾਂ ਉਹ ਕਹਿੰਦੇ ਮੇਰਾ 5 ਕਿਲੋ ਭਾਰ ਖੂਨ ਵੱਧ ਗਿਆ। ਮਤਲਬ ਇਸ ਹਿਸਾਬ ਨਾਲ ਤਾਂ ਹੁਣ ਤੱਕ ਉਹਨਾਂ ਦਾ ਖੂਨ ਬਹੁਤ ਹੋ ਜਾਣਾ ਚਾਹੀਦਾ ਸੀਗਾ। ਤਾਂ ਜਾਂ ਛੋਟੀ ਮੋਟੀ ਕੋਈ ਖਾਣ ਪੀਣ ਦੀ ਜਿੱਦ ਕਰਦੇ, ਹੋਰ ਕੁਛ ਨਹੀਂ। ਮਤਲਬ ਮੈਨੂੰ ਕਦੇ ਕੋਈ ਪਰੇਸ਼ਾਨੀ ਨਹੀਂ ਆਈ, ਬਿਲਕੁਲ ਆਉਂਦੀ ਹੈਗੀ। ਤੇ ਜਿਨ੍ਹਾਂ ਦੇ ਕੋਈ ਜਿਵੇਂ ਮੈਂਟਲੀ ਹੈਲਥ ਜਿਨ੍ਹਾਂ ਦੀ ਚੰਗੀ ਨਹੀਂ ਹੁੰਦੀ, ਫਿਰ ਉਹਨਾਂ ਦਾ ਕਿੱਦਾਂ ਇੱਥੇ ਟ੍ਰੀਟਮੈਂਟ ਕਰਵਾਉਂਦੇ ਆ ਤੁਸੀਂ? ਬਿਲਕੁਲ, ਤਕਰੀਬਨ ਜਿਹੜੇ 80% ਲੋਕ ਹੈਗੇ ਆ ਉਹਨਾਂ ਦੇ ਵਿੱਚੋਂ ਮੈਂਟਲੀ ਜਿਹੜੇ ਹੈਗੇ ਉਹ ਪਰੇਸ਼ਾਨ ਹੈਗੇ ਆ, ਕਿਉਂਕਿ ਸਦਮੇ 'ਚੋਂ ਘਰੋਂ ਬਾਹਰ ਨਿਕਲੇ ਹੁੰਦੇ ਆ, ਉਹਨਾਂ ਦੇ ਹਾਲਾਤ ਉੱਦਾਂ ਦੇ ਬਣੇ ਆ, ਤਾਂ ਚੰਗਾ ਭਲਾ ਬੰਦਾ ਵੀ ਪਾਗਲ ਹੋ ਜਾਂਦਾ। ਅਤੇ ਇਹ ਤਾਂ ਵਿਚਾਰੀਆਂ ਫਿਰ ਉੱਦਾਂ ਦੇ ਹਾਲਾਤਾਂ 'ਚੋਂ ਮਿਲੀਆਂ, ਤਾਂ ਉਹਨਾਂ ਦਾ ਅਸੀਂ ਟ੍ਰੀਟਮੈਂਟ ਕਰਾਉਂਦੇ ਹਾਂ। ਮਤਲਬ CMC ਦੇ ਵਿੱਚ ਇੱਕ ਡਾਕਟਰ ਹੈਗੇ ਮਮਤਾ ਸਿੰਗਲਾ, ਉਹ ਸਾਨੂੰ ਬਹੁਤ ਕੋਆਪਰੇਟ ਕਰਦੇ ਆ। ਮੈਂ ਇਹ ਕਹੂੰਗੀ ਵੀ ਰੱਬ ਦੀ ਭੇਜੀ ਹੋਈ ਰੂਹ ਹੈ ਇੱਕ ਉਹ। ਤਾਂ ਉਹਨਾਂ ਤੋਂ ਟ੍ਰੀਟਮੈਂਟ ਚੱਲਦਾ ਔਰ ਪ੍ਰੋਪਰ ਤਰੀਕੇ ਨਾਲ ਅਸੀਂ ਸੁਬਾਹ ਸ਼ਾਮ ਇਹਨਾਂ ਨੂੰ ਮੈਡੀਸਨ ਦਿੰਦੇ ਹਾਂ, ਪ੍ਰੋਪਰ ਡਾਈਟ ਦਿੰਦੇ ਹਾਂ, ਔਰ 90% ਸਾਡੇ ਕੇਸ ਆ ਜਿਹੜੇ ਉਹ ਰਿਕਵਰ ਕਰ ਰਹੇ। ਅੱਛਾ ਡਾਕਟਰ ਰਣਦੀਪ, ਜੇਕਰ ਮੈਂ ਗੱਲ ਕਰਾਂ, ਤੁਸੀਂ ਪਿਛਲੇ 1.5 ਸਾਲ ਤੋਂ NGO ਚਲਾ ਰਹੇ ਆ, ਹੈ ਨਾ, ਜਿਹਦੇ ਵਿੱਚ ਇਹਨਾਂ ਸਾਰੀਆਂ ਜਿਹੜੀਆਂ ਬੇਸਹਾਰਾ ਮਾਵਾਂ ਨੇ ਇਹਨਾਂ ਦੇ ਲਈ ਸਹਾਰਾ ਬਣਿਆ। ਬਟ ਪਿਛਲੇ 2-4 ਮਹੀਨੇ ਤੋਂ ਹੀ ਤੁਸੀਂ ਇਸ ਚੀਜ਼ ਨੂੰ ਮਤਲਬ ਸੋਸ਼ਲ ਜਿਹੜੇ ਮਾਧਿਅਮ ਨੇ ਉਹਨਾਂ ਦੇ ਉੱਤੇ ਦੱਸਣਾ ਸ਼ੁਰੂ ਕੀਤਾ। ਇਹ ਜ਼ਰੂਰਤ ਕਿਉਂ ਮਹਿਸੂਸ ਹੋਈ ਜਾਂ ਕੀ ਰੀਜ਼ਨ ਸੀਗਾ? ਅਰਪਣ, ਇਹਦੇ ਵਿੱਚ ਰੀਜ਼ਨ ਕੋਈ ਨਹੀਂ ਹੈ ਐਕਚੁਅਲ ਦੇ ਵਿੱਚ। ਮੈਂ ਨਹੀਂ ਦੱਸਣਾ ਸ਼ੁਰੂ ਕੀਤਾ, ਮਤਲਬ ਮੈਂ ਗਰਾਊਂਡ ਲੈਵਲ ਦੇ ਉੱਤੇ ਰਹਿ ਕੇ ਕੰਮ ਕਰਨ ਦੇ ਵਿੱਚ ਵਿਸ਼ਵਾਸ ਰੱਖਦੀ ਹਾਂ, ਕਿਉਂਕਿ ਮੇਰੇ ਖਿਆਲ ਦੇ ਵਿੱਚ ਜੋ ਵੀ ਤੁਸੀਂ ਕੰਮ ਕਰਦੇ ਹੋ, ਚੰਗਾ ਕਰਦੇ ਹੋ ਮਾੜਾ ਕਰਦੇ ਹੋ, ਉਹ ਕਦੇ ਵੀ ਲੁਕਿਆ ਨਹੀਂ ਰਹਿੰਦਾ। ਤਾਂ ਮਤਲਬ ਪਿਛਲੇ 2-3 ਮਹੀਨੇ ਤੋਂ ਚੈਨਲਸ ਨੇ ਖੁਦ ਹੀ ਮੈਨੂੰ ਅਪਰੋਚ ਕਰਨਾ ਸ਼ੁਰੂ ਕੀਤਾ। ਮਤਲਬ ਮੇਰੀ ਇੱਦਾਂ ਦੀ ਕਦੇ ਕੋਸ਼ਿਸ਼ ਨਹੀਂ ਰਹੀ ਵੀ ਮੈਂ ਆਪਣੇ ਕੰਮ ਨੂੰ ਵਧਾ ਚੜਾ ਕੇ ਦੱਸਾਂ। ਸ਼ਾਇਦ ਇਸ ਕਰਕੇ ਮੈਂ ਇਸ ਚੀਜ਼ 'ਚ ਪਿੱਛੇ ਹਾਂ ਜੀ। ਤੇ ਇਹਨਾਂ ਦਾ ਫਿਰ ਜਿਹੜਾ ਜਿਵੇਂ ਤੁਸੀਂ ਦੱਸਿਆ ਕਿ ਇਲਾਜ ਵੀ ਕਰਾਉਂਦੇ ਆ, ਹੈ ਨਾ, ਇਹਨਾਂ ਦਾ ਰਹਿਣ ਸਹਿਣ, ਇਹਨਾਂ ਦਾ ਖਾਣ ਪੀਣ, ਲੀੜਾ ਕੱਪੜਾ ਤੇ ਦਵਾ ਦਾਰੂ, ਇਹ ਸਾਰਾ ਖਰਚਾ ਜਦੋਂ ਤੁਸੀਂ ਨਹੀਂ ਸੋਸ਼ਲ ਕੀਤਾ ਸੀਗਾ ਜਾਂ ਜਦੋਂ ਹੁਣ ਤੁਸੀਂ ਕਰਤਾ ਹੈ ਤੇ ਕਿੱਦਾਂ ਚੱਲ ਰਿਹਾ ਹੈਗਾ?
ਜਦੋਂ ਮੈਂ ਇਹਨੂੰ ਸਟਾਰਟ ਕੀਤਾ ਸੀ ਤਾਂ ਮੈਂ ਉਦੋਂ ਹੀ ਆਪਣੇ ਪਰਿਵਾਰ 'ਚ ਬੈਠ ਕੇ ਗੱਲਬਾਤ ਕੀਤੀ ਸੀ। ਮਤਲਬ 20 ਲੇਡੀਜ਼ ਦਾ ਮੈਂ ਪਲਾਨ ਕੀਤਾ ਸੀ। 20 ਲੇਡੀਜ਼ ਦੇ ਲਈ ਮੈਂ ਆਪਣਾ ਦਸਵੰਧ ਜਿਹੜਾ ਹੈਗਾ ਉਹਨੂੰ ਯੂਜ਼ ਕਰਾਂਗੀ। ਉਹਨਾਂ ਦੇ ਲਈ ਇਹ ਜਗ੍ਹਾ ਲਈ, ਬਿਲਡਿੰਗ ਬਣਾਈ ਔਰ ਉਹਨਾਂ ਨੂੰ ਰੱਖਣਾ ਸਟਾਰਟ ਕੀਤਾ, ਉਹਨਾਂ ਦਾ ਇਲਾਜ ਕਰਾਉਣਾ ਸਟਾਰਟ ਕੀਤਾ। ਹਾਂ, ਹੌਲੀ ਹੌਲੀ ਇਹ ਕਾਰਵਾਂ ਵੱਧ ਕੇ ਅੱਜ 50 ਤੇ ਚਲਾ ਗਿਆ। ਮਤਲਬ 35 ਐਟ ਪ੍ਰੈਜ਼ੈਂਟ ਮੇਰੇ ਕੋਲੇ ਹੈ, 50 ਲੋਕ ਆਏ ਗਏ ਮਤਲਬ ਉੱਦਾਂ ਦੇ। ਤਾਂ ਹੁਣ ਮੈਨੂੰ ਸਹਿਯੋਗ ਦੀ ਲੋੜ ਪੈਂਦੀ ਆ ਔਰ ਪਿਛਲੇ 2-3 ਮਹੀਨੇ ਤੋਂ ਭੈਣ ਭਾਈ ਜਿਹੜੇ ਹੈਗੇ ਆ ਉਹ ਥੋੜ੍ਹਾ ਬਹੁਤਾ ਸਹਿਯੋਗ ਕਰ ਵੀ ਰਹੇ। ਮਤਲਬ ਹੌਲੀ ਹੌਲੀ ਕਾਰਵਾਂ ਉੱਧਰ ਨੂੰ ਵੱਧ ਰਿਹਾ ਜੀ। ਜੇਕਰ ਅਸੀਂ ਗੱਲ ਕਰੀਏ NGO ਦੀ, ਹੈ ਨਾ, ਨਿਸ਼ਕਾਮ ਸੇਵਾ ਤੋਂ ਸ਼ੁਰੂ ਹੋਇਆ, ਫਿਰ ਬਹੁਤ ਜ਼ਿਆਦਾ ਸਵਾਲਾਂ ਦੇ ਘੇਰੇ 'ਚ ਰਿਹਾ। ਚਲੋ ਤੁਹਾਡੇ ਕੋਲ ਮਾਵਾਂ ਰਹਿ ਰਹੀਆਂ ਨੇ, ਤੁਸੀਂ ਇਹਨਾਂ ਦੀ ਟੇਕ ਕੇਅਰ ਕਰ ਰਹੇ ਆ, ਦਿਖ ਰਿਹਾ ਹੈਗਾ। ਕੋਈ ਇੱਦਾਂ ਦਾ ਦੌਰ ਦੇਖਿਆ ਜਿਹਦੇ 'ਚ ਡਰ ਲੱਗਾ ਕਿ ਇਲਜ਼ਾਮਬਾਜ਼ੀਆਂ ਤੋਂ ਵੀ NGOs 'ਤੇ ਸਵਾਲ ਉੱਠ ਰਹੇ ਆ, ਅਸੀਂ ਤਾਂ ਸੇਵਾ ਦੇ ਰਾਹ 'ਤੇ ਚੱਲੇ ਸੀ, ਇਹ ਕੀ ਹੋ ਗਿਆ? ਨਹੀਂ ਮੈਡਮ, ਮੈਨੂੰ ਕਦੇ ਵੀ ਡਰ ਨਹੀਂ ਲੱਗਿਆ ਕਿਉਂਕਿ ਮੈਨੂੰ ਇਹ ਲੱਗਦਾ ਮੇਰਾ ਜਿਹੜਾ ਕੰਮ ਹੈਗਾ ਗਰਾਊਂਡ ਲੈਵਲ ਦੇ ਉੱਤੇ ਹੈਗਾ। ਬਾਕੀ ਜਿਹੜੀ NGO ਹੈਗੀ ਉਹਨਾਂ ਦੇ ਵਿੱਚ ਮੈਨੂੰ ਇਹ ਲੱਗਿਆ ਸ਼ਾਇਦ ਉਹਨਾਂ ਦਾ ਉਮਰ ਦਾ ਫੈਕਟਰ ਸੀ ਜਾਂ ਮਤਲਬ ਇਹ ਕਹਿ ਸਕਦੇ ਉਹਨਾਂ ਨੂੰ ਤਜਰਬੇ ਦੀ ਘਾਟ ਸੀ ਜਾਂ ਪਤਾ ਨਹੀਂ ਕਿਉਂ, ਮਤਲਬ ਉਹ ਲੋਕਾਂ ਦਾ ਜਿਹੜਾ ਕੰਮ ਸੀ, ਕੰਮ ਥੋੜ੍ਹਾ ਸੀ, ਦਿਖਾਵਾ ਜ਼ਿਆਦਾ ਸੀ। ਤਾਂ ਇਸ ਕਰਕੇ ਸ਼ਾਇਦ ਉਹਨਾਂ ਦੇ ਉੱਤੇ ਕਿੰਤੂ ਪਰੰਤੂ ਜ਼ਿਆਦਾ ਹੋਇਆ। ਅਤੇ ਮੈਂ ਤਾਂ ਵੈਸੇ ਵੀ ਹੁਣ ਤੱਕ ਜਿਹੜਾ ਕੀਤਾ ਉਹ ਆਪਣੀ ਪੋਕਟ 'ਚੋਂ ਕੀਤਾ, ਅਤੇ ਕਿੰਤੂ ਪਰੰਤੂ ਕਿੱਦਾਂ ਦੇ। ਵੈਸੇ ਕੀ ਸੇਵਾ 'ਤੇ ਸਵਾਲ ਉੱਠਣੇ ਚਾਹੀਦੇ ਆ? ਜੇ ਸੇਵਾ ਹੈਗੀ ਤੁਸੀਂ ਆਪਣੀ ਪੋਕਟ 'ਚੋਂ ਕਰ ਰਹੇ ਹੋ ਤਾਂ ਉਹਦੇ 'ਤੇ ਸਵਾਲ ਨਹੀਂ ਉੱਠਣੇ ਚਾਹੀਦੇ। ਅਗਰ ਅਸੀਂ ਸੰਗਤ ਦੇ ਸਹਿਯੋਗ ਨਾਲ ਕਰ ਰਹੇ ਹਾਂ ਤਾਂ ਬਿਲਕੁਲ ਉੱਠਣੇ ਚਾਹੀਦੇ ਆ। ਉਹਦਾ ਹਿਸਾਬ ਕਿਤਾਬ ਦੇਣਾ ਚਾਹੀਦਾ। ਸੰਗਤ ਨੂੰ ਪੂਰਾ ਹੱਕ ਹੈਗਾ ਉਹ ਹਿਸਾਬ ਕਿਤਾਬ ਲਵੇ। ਔਰ ਅਗਰ ਮੇਰੀ ਥਿਊਰੀ ਤਾਂ ਇਹ ਵੀ ਕਹਿੰਦੀ ਹੈ ਵੀ ਅਗਰ ਸੰਗਤ ਨੂੰ ਇਹ ਲੱਗਦਾ ਵੀ ਉਹਨਾਂ ਦੀ ਦਿੱਤੀ ਸੇਵਾ ਕਿਸੇ ਨਜਾਇਜ਼ ਥਾਂ 'ਤੇ ਲੱਗੀ ਹੈ ਤਾਂ ਉਹ ਵਾਪਸ ਲੈਣ ਦੇ ਵੀ ਹੱਕਦਾਰ। ਤੁਸੀਂ ਜਿਵੇਂ ਦੱਸਿਆ ਕਿ ਪਿਛਲੇ 2-2.5 ਮਹੀਨੇ ਤੋਂ ਜਿਹੜੀ ਸੇਵਾ ਆ ਰਹੀ ਹੈਗੀ ਹੈ, ਕੁਝ ਲੋਕ ਇਹਨਾਂ ਮਾਵਾਂ ਦੇ ਲਈ ਆਪਣਾ ਦਸਵੰਧ ਜਿਹੜਾ ਦੇਣਾ ਚਾਹੁੰਦੇ ਆ, ਹੈ ਨਾ, ਤਾਂ ਕੀ ਉਹਦਾ ਬੌਰਾ ਜਾਂ ਉਹਦਾ ਹਿਸਾਬ ਜਿਹੜਾ ਉਹ ਤੁਹਾਡੇ ਵੱਲੋਂ ਕਿਸੇ ਸੋਸ਼ਲ ਸਾਈਟ 'ਤੇ ਜਾਂ ਉਹਨਾਂ ਨੂੰ ਕਿਸ ਤਰੀਕੇ ਦਾ ਤੁਸੀਂ ਜਿਹੜਾ ਹੈਗਾ, ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਉਮਰ ਦਾ ਤਜਰਬਾ ਹੈ ਔਰ ਇੱਕ ਯੋਜਨਾਬੰਦੀ ਨੇ ਨਾਲ ਚੱਲਣਾ ਹੁੰਦਾ, ਕਿਉਂਕਿ ਇਲਜ਼ਾਮਬਾਜ਼ੀਆਂ ਦਾ ਦੌਰ ਹੈ, ਸੋਸ਼ਲ ਮੀਡੀਆ ਦਾ ਦੌਰ ਹੈ, ਇੰਨੀ ਗੱਲ ਨੂੰ ਐਡੀ ਬਣਦੇ ਟਾਈਮ ਨਹੀਂ ਲੱਗਦਾ। ਸੋ ਕੀ ਕੋਈ ਤੁਸੀਂ ਕੋਸ਼ਿਸ਼ ਕਰੋਗੇ ਕਿ ਹਿਸਾਬ ਜਿਹੜਾ ਉਹ ਨਾਲੋਂ ਨਾਲ ਦਿੱਤਾ ਜਾਵੇ ਜਾਂ ਉਹ ਉਹਨਾਂ ਨੂੰ ਇਹ ਫੀਲ ਕਰਾਇਆ ਜਾਏ ਕਿ ਤੁਹਾਡਾ ਪੈਸਾ ਨਜਾਇਜ਼ ਨਹੀਂ ਲੱਗ ਰਿਹਾ? ਬਿਲਕੁਲ ਜੀ, ਜਦੋਂ ਉਹ ਮੈਨੂੰ ਮੇਰੇ ਨਾਲ ਸੰਪਰਕ ਕਰਦੇ ਆ ਤਾਂ ਮੈਂ ਉਹਨਾਂ ਨੂੰ ਇਹ ਪੁੱਛਦੀ ਹਾਂ ਵੀ ਜਿਹੜੀ ਵੀ ਸੇਵਾ ਤੁਸੀਂ ਭੇਜ ਰਹੇ ਹੋ ਇਹ ਕਿੱਥੇ ਯੂਜ਼ ਕਰਨੀ ਹੈ ਤੁਸੀਂ। ਮਤਲਬ ਜਿਸ ਵੀ ਫਾਰਮ ਦੇ ਵਿੱਚ ਉਹ ਕਿਸੇ ਦੇ ਇਲਾਜ ਲਈ, ਕੋਈ ਰਾਸ਼ਨ ਲਈ, ਲੰਗਰ ਲਈ, ਕੱਪੜਿਆਂ ਲਈ, ਮਤਲਬ ਕਿਸੇ ਵੀ ਰੂਪ ਦੇ ਵਿੱਚ ਉਹਨੂੰ ਇਸਤੇਮਾਲ ਕਰਨਾ। ਕਿਉਂਕਿ ਦੇਖੋ ਇੱਕ ਚੀਜ਼ ਹੈਗੀ ਆ, ਅਗਰ ਦਸਵੰਧ ਦੀ ਪ੍ਰਥਾ ਬਣੀ ਹੈ ਤਾਂ ਉਹ ਸਾਡੀ ਆਤਮਾ ਦੀ ਸ਼ਾਂਤੀ ਲਈ ਬਣੀ ਹੈ। ਸਾਨੂੰ ਇਹ ਲੱਗੇ ਵੀ ਮੈਂ ਆਪਣੀ ਨੇਕ ਕਮਾਈ ਦੇ ਵਿੱਚ ਇੱਕ ਹਿੱਸਾ ਕੱਢਿਆ ਔਰ ਉਸ ਇਨਸਾਨ ਨੂੰ ਉਹ ਸਕੂਨ ਮਿਲਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਮੈਂ ਉਹਨਾਂ ਨੂੰ ਪਹਿਲਾਂ ਪੁੱਛਦੀ ਹਾਂ ਵੀ ਤੁਸੀਂ ਇਹਨੂੰ ਕਿੱਥੇ ਇਸਤੇਮਾਲ ਕਰਨਾ ਚਾਹੁੰਦੇ ਹੋ। ਅਗਰ ਉਹ ਮੈਨੂੰ ਦੱਸ ਦਿੰਦੇ ਆ ਤਾਂ ਅਸੀਂ ਪਰਟੀਕੂਲਰ ਉਸੇ ਚੀਜ਼ ਦੇ ਲਈ ਹੀ ਯੂਜ਼ ਕਰਦੇ ਹਾਂ। ਅਦਰਵਾਈਜ਼ ਜਿਹੜੇ ਕਾਮਨ ਖਰਚੇ ਉਹਨਾਂ ਲਈ ਵੀ ਹਾਂ ਉਹਨਾਂ ਨੂੰ ਜ਼ਰੂਰ ਦੱਸਿਆ ਜਾਂਦਾ ਵੀ ਤੁਹਾਡੇ ਵੱਲੋਂ ਜਿਹੜਾ ਪੈਸਾ ਆਇਆ ਸੀ ਉਹ ਨਾਲ ਦੀ ਨਾਲ ਉਹਨਾਂ ਨੂੰ ਇਨਫੋਰਮ ਕਰਦੇ ਹਾਂ ਵੀ ਜਿਹੜਾ ਤੁਹਾਡੇ ਵੱਲੋਂ ਸੇਵਾ ਆਈ ਸੀ ਇਹਨੂੰ ਅਸੀਂ ਇੱਥੇ ਯੂਜ਼ ਕੀਤਾ ਔਰ ਉਹਦਾ ਹਿਸਾਬ ਕਿਤਾਬ ਮੇਰੇ ਕੋਲ ਪ੍ਰੋਪਰ ਹੈ ਜੀ। ਜੀ, ਅਸੀਂ NGO ਦੇ ਬਾਰੇ ਵਿੱਚ ਜਿਹੜੀ ਗੱਲਬਾਤ ਕੀਤੀ ਆ, ਸੋ ਇਹ ਮਾਵਾਂ ਦਾ NGO ਪਿਛਲੇ 1.5 ਸਾਲ ਤੋਂ ਚਲਾ ਰਹੇ ਆ, ਜਿਹਦੇ ਵਿੱਚ ਕੋਈ ਵੀ ਬੇਸਹਾਰਾ ਹਾਲਾਤਾਂ ਦੀਆਂ ਮਾਰੀਆਂ ਹੋਈਆਂ ਜਿਹੜੀਆਂ ਮਾਵਾਂ ਨੇ ਉਹਨਾਂ ਨੂੰ ਲੈ ਕੇ ਆਉਂਦੇ ਨੇ। ਪਰ ਨਾਲ ਹੀ ਇਹ ਬੇਨਤੀ ਵੀ ਹੈ ਕਿ ਇੱਕ ਮਾਂ ਜਿਹਨੇ ਤੁਹਾਨੂੰ ਜਨਮ ਦਿੱਤਾ ਹੈ, ਉਸ ਤੋਂ ਬਾਅਦ ਤੁਹਾਨੂੰ ਚੰਗੀ ਜ਼ਿੰਦਗੀ ਦਿੱਤੀ ਹੈ, ਉਹ ਤੁਹਾਡੀਆਂ ਉਨੀਂਦਰੇ ਦੀਆਂ ਰਾਤਾਂ ਦੇ ਵਿੱਚ ਉਹ ਆਪ ਵੀ ਨਹੀਂ ਸੁੱਤੀ। ਜੇ ਤੁਸੀਂ ਪੜ੍ਹ ਰਹੇ ਸੀ ਤਾਂ ਤੁਹਾਡੇ ਲਈ ਉਹ ਦੁਆਵਾਂ ਕਰਦੀ ਰਹਿੰਦੀ ਸੀ ਕਿ ਤੁਹਾਡੇ ਚੰਗੇ ਨੰਬਰ ਆਉਣ, ਤੁਹਾਨੂੰ ਚੰਗੇ ਜੀਵਨ ਦੇ ਲਈ ਲਗਾਤਾਰ ਤੁਹਾਡੀ ਮਾਂ ਦੁਆਵਾਂ ਕਰਦੀ ਹੈ। ਪਰ ਇੱਕ ਟਾਈਮ ਜਦੋਂ ਉਹਨੂੰ ਤੁਹਾਡੀ ਲੋੜ ਹੁੰਦੀ ਹੈ, ਤੁਸੀਂ ਮੂੰਹ ਮੋੜ ਲੈਂਦੇ ਅਤੇ ਉਸ ਮਾਂ ਦਾ ਦਰਦ ਜਿਹੜਾ ਆ ਉਹ ਅਣਕਿਹਾ ਰਹਿ ਜਾਂਦਾ ਕਿਤੇ ਨਾ ਕਿਤੇ। ਅਸੀਂ ਇੱਥੇ ਦੇਖਿਆ ਕਿਵੇਂ ਕਈ ਮਾਵਾਂ ਜਿਹੜੀਆਂ ਨੇ ਆਪਣੇ ਪਰਿਵਾਰਾਂ ਨੂੰ ਯਾਦ ਕਰਦੀਆਂ ਨੇ, ਉਹਨਾਂ ਨੂੰ ਮੰਜੇ 'ਤੇ ਪਈਆਂ ਉਹਨਾਂ ਨੂੰ ਹਾਕਾਂ ਮਾਰਦੀਆਂ ਨੇ, ਕਦੀ ਆਪਣੇ ਜੀਵਨ ਸਾਥੀ ਨੂੰ ਯਾਦ ਕਰਦੀਆਂ ਨੇ। ਕਿੱਦਾਂ ਦਾ ਤੁਸੀਂ ਜਦੋਂ ਆਪਣੇ ਪਰਿਵਾਰ ਨੂੰ ਯਾਦ ਕਰਦੀਆਂ ਨੇ, ਉਸ ਪਰਿਵਾਰ ਤੱਕ ਇਹਨਾਂ ਨੂੰ ਲੈ ਕੇ ਜਾਣਾ ਸੰਭਵ ਨਹੀਂ ਹੁੰਦਾ ਕਿਉਂਕਿ ਉਹ ਪਰਿਵਾਰ ਤਾਂ ਕੀ ਕਹਿੰਦੇ ਸਵਾਰਥੀ ਹੋ ਗਿਆ। ਸਵਾਰਥੀ ਹੋ ਗਿਆ। ਉਸ ਦੌਰ ਦੇ ਵਿੱਚ ਇਹਨਾਂ ਦੀਆਂ ਉਹਨਾਂ ਭਾਵਨਾਵਾਂ ਨੂੰ ਕਿੱਦਾਂ ਕੰਟਰੋਲ ਕਰਦੇ ਆ, ਆਪਣੇ ਆਪ ਨੂੰ ਕਿੱਦਾਂ ਜੋੜਿਆ ਉਹਨਾਂ ਦੇ ਨਾਲ? ਦੇਖੋ, ਅਸੀਂ ਥੋੜ੍ਹਾ ਟਾਈਮ ਸਪੈਂਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਹਨਾਂ ਦੇ ਨਾਲ ਕਾਮਨਲੀ, ਵੀ ਸਵੇਰੇ ਸ਼ਾਮ ਇਹਨਾਂ ਦੇ ਨਾਲ ਬੈਠਿਆ ਜਾਵੇ, ਇਹਨਾਂ ਦੇ ਮਨ ਨੂੰ ਕਿਸੇ ਹੋਰ ਪਾਸੇ ਲਾਇਆ ਜਾਵੇ, ਗੁਰਬਾਣੀ ਵੱਲੀ ਲਾਇਆ ਜਾਵੇ, ਪਾਠ ਸੁਣਾਇਆ ਜਾਵੇ ਇਹਨਾਂ ਨੂੰ। ਪਰ ਇਹਦੇ ਨਾਲ ਇਹ ਵੀ ਇੱਕ ਸੱਚ ਹੈਗਾ ਵੀ ਅਸੀਂ ਸਿਰਫ ਇਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹਾਂ। ਜਿਹੜੇ ਇਹਨਾਂ ਦੀਆਂ ਮਨ ਦੀਆਂ ਭਾਵਨਾਵਾਂ, ਮਨ 'ਚ ਵਲਵਲੇ ਆ, ਉਹਨਾਂ ਨੂੰ ਪੂਰੇ ਨਹੀਂ ਕਰ ਸਕਦੇ। ਕਿਉਂਕਿ ਦੇਖੋ, ਇੱਕ ਔਰਤ ਨੇ ਪੂਰੀ ਜ਼ਿੰਦਗੀ ਆਪਣੇ ਪਰਿਵਾਰ ਲਈ ਲਾਈ ਹੁੰਦੀ ਹੈ। ਪਰਿਵਾਰ ਤੋਂ ਬਿਨਾਂ ਰਹਿਣਾ ਉਹਦੇ ਲਈ ਇੱਕ ਬਹੁਤ ਮੁਸ਼ਕਿਲ ਹੁੰਦਾ ਮਤਲਬ, ਅਤੇ ਪਰ ਉਹ ਚੀਜ਼ਾਂ ਅਸੀਂ ਪੂਰੀਆਂ ਨਹੀਂ ਕਰ ਸਕਦੇ, ਚਾਹ ਕੇ ਵੀ ਨਹੀਂ ਕਰ ਸਕਦੇ ਜੀ। ਜਿਵੇਂ ਇੱਕ ਤੁਹਾਡੇ ਨਾਲ ਇਹਨਾਂ ਦਾ ਕਨੈਕਸ਼ਨ ਬਣ ਜਾਂਦਾ ਹੈ, ਇਹਨਾਂ ਸਾਰਿਆਂ ਦਾ ਦਰਦ ਇੱਕ ਹੀ ਹੈ
ਹੈ ਨਾ, ਅਤੇ ਜਦੋਂ ਅਸੀਂ ਹਮਦਰਦ ਹੁੰਦੇ ਇੱਕ ਦੂਜੇ ਨੂੰ, ਤਾਂ ਕੀ ਆਪਸ 'ਚ ਇਹਨਾਂ ਦੀ ਜਿਹੜੇ ਹੈਗੇ ਇਹਨਾਂ ਦਾ ਰਿਸ਼ਤੇ ਆਪਸ 'ਚ ਇੰਨੇ ਗਹਿਰੇ ਹੁੰਦੇ ਕਿ ਇੱਕ ਦੂਜੀ ਦੀ ਭੈਣ ਬਣ ਗਈਆਂ, ਇੱਕ ਦੂਜੀ ਦੀ ਸਹੇਲੀਆਂ ਬਣ ਗਈਆਂ, ਇੱਦਾਂ ਦੇ ਰਿਸ਼ਤੇ ਰੱਖਦੀਆਂ ਨੇ ਆਪਸ 'ਚ? ਨਹੀਂ ਅਰਪਨ ਜੀ, ਐਕਚੁਅਲ ਦੇ ਵਿੱਚ ਗੱਲ ਉੱਥੇ ਆ ਜਾਂਦੀ ਹੈ ਕਿਉਂਕਿ ਇਹ ਨਾਰਮਲ ਇਨਸਾਨ ਨਹੀਂ ਹੈ। ਮਤਲਬ ਇੱਕ ਜਿੱਦਾਂ ਸਧਾਰਨ ਇਨਸਾਨ ਹੁੰਦਾ, ਇਹ ਉੱਦਾਂ ਦੇ ਇਨਸਾਨ ਨਹੀਂ ਹੈ। ਕਿਸੇ ਨੂੰ ਮੈਂਟਲੀ ਪ੍ਰੋਬਲਮ ਆ, ਕਿਸੇ ਨੂੰ ਫਿਜ਼ੀਕਲੀ ਪ੍ਰੋਬਲਮ ਆ, ਅਤੇ ਇਹ ਆਪਣੇ ਆਪ 'ਚ ਹੀ ਸਿਮਟੇ ਹੋਏ ਆ। ਮਤਲਬ ਉਸ ਪ੍ਰੋਬਲਮ 'ਚ ਹੀ ਆ, ਸਦਮੇ 'ਚੋਂ ਨਿਕਲਣਾ ਇਹਨਾਂ ਦੇ ਲਈ ਇਹਨਾਂ ਨੂੰ ਬਹੁਤ ਟਾਈਮ ਲੱਗਦਾ। ਹਾਂ, ਥੋੜ੍ਹਾ ਬਹੁਤਾ ਇੱਕ ਦੂਜੇ ਨਾਲ ਗੱਲ ਕਰਦੀਆਂ, 3-4 ਦਿਨ ਲਈ ਸਹੇਲੀਆਂ ਬਣਦੀਆਂ, ਉਹਦੇ ਬਾਅਦ ਫਿਰ ਮਤਲਬ ਇਹ ਇਹਨਾਂ ਦਾ ਦਾਇਰਾ ਜਿਹੜਾ ਬਹੁਤ ਛੋਟਾ। ਮੰਨ ਲਓ ਤੁਸੀਂ ਇਹਨਾਂ ਨੂੰ ਕੋਈ ਚੀਜ਼ ਖਾਣ ਪੀਣ ਲਈ ਦਿੱਤੀ, ਤਾਂ ਉਹ ਚੀਜ਼ ਨੂੰ ਵੀ ਮਤਲਬ ਇਹਨਾਂ ਨੂੰ ਇਹ ਹੁੰਦਾ ਵੀ ਅਸੀਂ ਆਪਣੇ ਸਰਾਣੇ ਰੱਖ ਲਈਏ ਜਾਂ ਅਸੀਂ ਆਪਣੇ ਲੜ ਨਾਲ ਬੰਨ੍ਹ ਲਈਏ, ਬਸ ਉਨੀ ਕੁ ਦੁਨੀਆ ਇਹਨਾਂ ਨੂੰ ਆਪਣੀ ਲੱਗਦੀ ਹੈ ਜੀ। ਅੱਛਾ, ਤੁਸੀਂ ਬਹੁਤ ਸਾਰੀਆਂ ਕਹਾਣੀਆਂ ਦੇ ਰੂਬਰੂ ਹੋਏ ਹੋਵੋਗੇ, ਇਹਨਾਂ ਮਾਵਾਂ ਦੇ ਦਰਦ ਨੂੰ ਵੀ ਜਾਣਿਆ। ਕੀ ਕਾਰਨ ਲੱਗਦਾ ਹੈ ਕਿ ਪਰਿਵਾਰ ਕਿਉਂ ਟੁੱਟ ਰਿਹਾ? ਪਰਿਵਾਰ ਦੇ ਉਹ ਜਿਹੜੇ ਇੰਨੇ ਕਿਸੇ ਟਾਈਮ 'ਤੇ ਕੀਮਤੀ ਹੁੰਦੇ ਕਿ ਅਸੀਂ, ਮੇਰੇ ਖਿਆਲ ਨਾਲ ਬੱਚੇ ਸਕੂਲੋਂ ਆਉਂਦੇ, ਮਾਂ ਨਹੀਂ ਦਿਖਦੀ ਨਾ ਤਾਂ ਬਸਤਾ ਪੁਆ ਕੇ ਮਾਰਦੇ, ਕੁਛ ਚੰਗਾ ਨਹੀਂ ਲੱਗਦਾ ਘਰ 'ਚ, ਪਰ ਫਿਰ ਉਹੀ ਮਾਂ ਪਰਾਈ ਕਰਨ ਤੱਕ ਚਲੇ ਜਾਂਦੇ ਹੈ। ਕੀ ਕਾਰਨ, ਤੁਸੀਂ ਹੁਣ ਤੱਕ ਇਹਨਾਂ ਦੀਆਂ ਕਹਾਣੀਆਂ 'ਚੋਂ ਕੀ ਕਾਰਨ ਵੱਡਾ ਸਾਹਮਣੇ ਆਇਆ? ਦੇਖੋ, ਕਈ ਜੋ ਮੇਰੇ ਸਾਹਮਣੇ ਆਇਆ ਉਹਦੇ ਵਿੱਚ ਇਹ ਹੁੰਦਾ ਵੀ ਮਾਂ ਦੇ 4 ਪੁੱਤ ਆ ਅਤੇ ਮਾਂ ਚਾਰਾਂ ਨੂੰ ਬਰਾਬਰ ਪਿਆਰ ਕਰਦੀ ਹੈ, ਰਾਈਟ। ਜਦੋਂ ਮਾਂ ਦੀ ਵਾਰੀ ਆਉਂਦੀ ਹੈ ਤਾਂ ਉਦੋਂ ਪੁੱਤ ਕਹਿੰਦੇ ਵੀ ਮਾਂ ਤੇਰੀ ਹੈ ਅਤੇ ਮਾਂ ਤੇਰੀ ਹੈ, ਤੂੰ ਸੰਭਾਲ ਲੈ। ਕਿਉਂਕਿ ਹੁਣ ਇੱਦਾਂ ਦਾ ਰੀਸੈਂਟਲੀ ਸਾਡੇ ਸਾਹਮਣੇ ਇੱਕ ਕੇਸ ਆਇਆ, ਲੁਧਿਆਣੇ ਤੋਂ ਇੱਕ ਲੇਡੀ ਸੀਗੇ ਜਿਹਦੇ 4 ਬੇਟੇ ਔਰ 4 ਬੇਟੀਆਂ ਸੀ। ਤਾਂ ਉਹ ਔਰ ਬੇਟੇ ਨੇ ਏਡੀ ਇੱਕ ਗੰਦੀ ਹਰਕਤ ਕੀਤੀ ਵੀ ਉਹ ਆਪਣੀ ਮਾਂ ਨੂੰ ਕਿਸੇ ਅਨਨੋਨ ਜਗ੍ਹਾ ਦੇ ਉੱਤੇ ਬਿਠਾ ਕੇ ਅਤੇ ਆਪ ਗਾਇਬ ਹੋ ਗਿਆ। ਠੀਕ ਹੈ, ਉੱਥੋਂ ਦੇ ਕੁਝ ਮਤਲਬ ਅੱਛੇ ਲੋਕ ਸੀਗੇ ਜਿਨ੍ਹਾਂ ਨੇ ਸਾਡੇ ਨਾਲ ਸੰਪਰਕ ਕੀਤਾ, ਤਾਂ ਬੁੱਢੀ ਮਾਂ ਸਾਡੇ ਕੋਲ ਆਈ। ਜਦੋਂ ਮੀਡੀਆ ਨੇ ਉਸ ਚੀਜ਼ ਨੂੰ ਕਵਰ ਕੀਤਾ, ਲੋਕਾਂ ਨੂੰ ਦਿਖਾਇਆ, ਆਂਢੀਆਂ ਗੁਆਂਢੀਆਂ ਨੇ ਉਹਨਾਂ ਨੂੰ ਲਾਹਣਤਾਂ ਪਾਈਆਂ ਅਤੇ ਫਿਰ ਉਹ ਲੈਣ ਆਏ। ਮਤਲਬ ਇੱਥੋਂ ਇਹ ਆਪਾਂ ਹਿਸਾਬ ਲਾ ਸਕਦੇ ਹਾਂ ਵੀ ਉਹ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਰਹੇ। ਔਰ ਜਾਂ ਸਿੱਧੇ ਲਫ਼ਜ਼ਾਂ 'ਚ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਉਹ ਵਾਹਿਗੁਰੂ ਦੀ ਕਿਰਪਾ ਨਹੀਂ ਹੈ ਉਹਨਾਂ ਦੇ ਉੱਤੇ ਵੀ ਉਹ ਦੇਖੋ। ਹੁਣ ਇੱਕ ਚੀਜ਼ ਅਗਰ ਤੁਸੀਂ ਨੋਟ ਕਰੋਗੇ ਤਾਂ ਮੈਂ ਜਦੋਂ ਇੱਥੇ ਅੰਦਰ ਆਵਾਂ ਤਾਂ ਮੇਰੇ ਲਈ ਬਹੁਤ ਸਾਰੀਆਂ ਦੁਆਵਾਂ ਕਰਦੀਆਂ, ਰਾਈਟ। ਮੇਰੀ ਸੁੱਖ ਭਾਲਦੀਆਂ, ਮੈਨੂੰ ਕਹਿੰਦੀਆਂ ਤੈਨੂੰ ਦੇਖ ਕੇ ਸਾਡਾ ਖੂਨ ਵੱਧ ਗਿਆ, ਤੂੰ ਆਈ ਨਹੀਂ, ਸਾਡਾ ਦਿਲ ਨਹੀਂ ਲੱਗਿਆ। ਅਗਰ ਮੇਰੇ ਲਈ ਇੰਨੀਆਂ ਦੁਆਵਾਂ ਕਰ ਸਕਦੀਆਂ ਜਿਨ੍ਹਾਂ ਦੇ ਨਾਲ ਖੂਨ ਦਾ ਕੋਈ ਰਿਸ਼ਤਾ ਹੀ ਨਹੀਂ, ਰਾਈਟ, ਅਤੇ ਆਪਣੇ ਬੱਚਿਆਂ ਲਈ ਕਿੱਦਾਂ ਦੀਆਂ ਸੁੱਖਾਂ ਮੰਗਦੀਆਂ ਹੋਣਗੀਆਂ। ਤਾਂ ਸ਼ਾਇਦ ਉਹ ਬੱਚੇ ਹੀ ਅਭਾਗੇ ਹੈਗੇ ਆ ਜਿਹੜੇ ਆਪਣੇ ਮਾਵਾਂ ਨੂੰ ਇੱਦਾਂ ਛੱਡ ਦਿੰਦੇ ਆ। ਮਤਲਬ ਉਹ ਉਹਨਾਂ ਦੀਆਂ ਬਲੈਸਿੰਗਸ, ਉਹਨਾਂ ਦੀਆਂ ਸੁਬਹ ਸ਼ਾਮਾਂ, ਉਹਨਾਂ ਦੇ ਆਸ਼ੀਰਵਾਦ ਨਹੀਂ ਲੈ ਸਕਦੇ। ਪਤਾ ਨਹੀਂ ਕਿਉਂ ਲੋਕ, ਸ਼ਾਇਦ ਉਹਨਾਂ ਨੂੰ ਇਹ ਲੱਗਦਾ ਵੀ ਸਾਡੇ 'ਤੇ ਟਾਈਮ ਨਹੀਂ ਆਉਣਾ। ਇਹ ਵੀ ਚੀਜ਼ਾਂ ਹੈਗੀਆਂ ਨਾ, ਉਹਨਾਂ ਨੂੰ ਲੱਗਦਾ ਸੀ ਕਦੇ ਬੁੱਢੇ ਹੀ ਨਹੀਂ ਹੋਣਾ, ਜਾਂ ਸਾਡੀ ਔਲਾਦ ਸਾਡੇ ਲਈ ਪਤਾ ਨਹੀਂ ਕੀ ਕਰੇਗੀ। ਪਰ ਪੰਜਾਬੀ 'ਚ ਇੱਕ ਕਹਾਵਤ ਹੈਗੀ ਹੈ, ਜੋ ਬੀਜਾਂਗੇ ਉਹੀ ਵੱਢਾਂਗੇ ਜੀ, ਕਿਉਂਕਿ ਅਸੀਂ ਕਿੱਕ ਨਾਲ ਬੀਜ ਕੇ ਅੰਬਾਂ ਦੀ ਉਮੀਦ ਨਹੀਂ ਰੱਖ ਸਕਦੇ। ਮਤਲਬ ਕਿਤੇ ਨਾ ਕਿਤੇ ਅਸੀਂ ਜਿਹੜਾ ਆਉਣ ਵਾਲਾ ਸਮਾਂ ਆ, ਜੋ ਅਸਲ ਸੱਚਾਈ ਹੈ, ਉਹਨੂੰ ਭੁੱਲ ਗਏ ਕਿ ਇਹ ਚੀਜ਼ ਜੇ ਮੇਰੇ ਨਾਲ ਹੁੰਦੀ, ਜੇ ਅੱਜ ਮੇਰੀ ਭੈਣ ਨੂੰ ਕੋਈ ਮਾਨਸਿਕ ਪਰੇਸ਼ਾਨੀ ਆ ਗਈ ਹੈ, ਜੇ ਇਹਦੀ ਥਾਂ 'ਤੇ ਮੈਨੂੰ ਆ ਜੇ, ਜਾਂ ਅੱਜ ਜੇ ਮੇਰੇ ਜੀਵਨ ਸਾਥੀ। ਗੱਲ ਦਾ ਜ਼ਿਕਰ ਕੀਤਾ, ਉਹਦਾ ਹੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਣਾ ਚਾਹੁੰਦੀ ਹਾਂ। ਦਸੰਬਰ ਦੇ ਮੰਥ ਦੇ ਵਿੱਚ ਸਾਨੂੰ ਇੱਕ ਲੜਕੀ ਮਿਲੀ ਸੀ ਅੰਮ੍ਰਿਤਸਰ ਰੇਲਵੇ ਬ੍ਰਿਜ ਤੋਂ, ਔਰ ਬੜੀ ਬੁਰੀ ਹਾਲਤ ਦੇ ਵਿੱਚ ਸੀ। ਸਾਡੇ ਕੋਲ ਆਈ, ਅਸੀਂ ਉਹਦਾ ਟ੍ਰੀਟਮੈਂਟ ਕਰਵਾਇਆ ਔਰ ਉਹ ਠੀਕ ਹੋ ਗਈ। ਠੀਕ ਹੋਣ ਦੇ ਬਾਅਦ ਉਹਨੇ ਆਪਣਾ ਐਡਰੈਸ ਦੱਸਿਆ, ਅਤੇ ਜਦੋਂ ਉਹਨੇ ਐਡਰੈਸ ਦੱਸਿਆ ਤਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦਾ ਪਿੰਡ ਜਿਹੜਾ ਹੈ ਖਾਲੜਾ, ਉੱਥੋਂ ਦੀ ਉਹ ਲੜਕੀ। ਅਸੀਂ ਉਹਦੇ ਪਰਿਵਾਰ ਨਾਲ ਸੰਪਰਕ ਕੀਤਾ। ਮਤਲਬ ਬੜੇ ਅਣਮੰਨੇ ਜਿਹੇ ਮਨ ਦੇ ਨਾਲ ਉਹਦੇ ਭਰਾ ਭਰਜਾਈ ਨੇ ਉਹਨੂੰ ਮਤਲਬ ਆਪਣੇ ਨਾਲ ਰੱਖਿਆ। ਮਤਲਬ ਇਹ ਕਹਿ ਸਕਦੇ ਹਾਂ, ਅਸੀਂ ਉਹਨਾਂ ਤੋਂ ਰਿਟਰਨ 'ਚ ਜ਼ਰੂਰ ਲਿਆ ਵੀ ਇਹਦੀ ਜ਼ਿੰਮੇਵਾਰੀ ਹੁਣ ਤੁਹਾਡੀ ਆ, ਅਗਰ ਇਹਨੂੰ ਕੋਈ ਪਰੇਸ਼ਾਨੀ ਆਏਗੀ ਤਾਂ ਤੁਸੀਂ ਸਾਨੂੰ ਦੱਸੋਗੇ, ਪਰ ਇਹਦੀ ਦੇਖਭਾਲ ਚੰਗੇ ਤਰੀਕੇ ਨਾਲ ਕਰੋ। ਹਾਲਾਂਕਿ ਉਹ ਲੜਕੀ ਦੇਖੋ ਠੀਕ ਹੋ ਚੁੱਕੀ ਸੀ, ਘਰ 'ਚ ਕੰਮ ਕਰਾ ਰਹੀ ਸੀ, ਸਾਡੇ ਕੋਲੇ ਵੀ ਕਰਾ ਰਹੀ ਸੀ। ਤਾਂ ਮਤਲਬ 2 ਫੁਲਕੇ ਹੀ ਹੈ ਨਾ, ਉਹ ਵੀ ਭੈਣਾਂ ਭਰਾਵਾਂ ਨੂੰ ਅੱਜ ਕੱਲ੍ਹ ਬੋਝ ਲੱਗਦੇ। ਔਰ ਮੈਨੂੰ ਉਸ ਟਾਈਮ 'ਤੇ ਹੈਰਾਨੀ ਹੋਈ, 2 ਮਹੀਨਿਆਂ ਬਾਅਦ ਉਹ ਭਰਾ ਨੇ ਰੈਗੂਲਰ ਸਾਨੂੰ ਫੋਨ ਕਰਨਾ ਸ਼ੁਰੂ ਕਰ ਦਿੱਤਾ ਵੀ ਇਹ ਸਾਨੂੰ ਪਰੇਸ਼ਾਨ ਕਰਦੀ ਹੈ, ਅਸੀਂ ਰੱਖ ਨਹੀਂ ਸਕਦੇ। ਮੇਰੀ ਮੈਸੇਜ ਕਹਿੰਦੀ ਹੈ ਜਾਂ ਤਾਂ ਇਹ ਰਹੇਗੀ ਜਾਂ ਮੈਂ ਰਹਾਂਗੀ, ਅਤੇ ਮੈਂ ਦੱਸੋ ਕੀ ਕਰਾਂ। ਤਾਂ ਮਤਲਬ ਮੈਨੂੰ ਉਹਦੇ ਬ੍ਰਦਰ ਨੂੰ ਫਿਰ ਇਹ ਕਹਿਣਾ ਪਿਆ ਵੀ ਕੋਈ ਗੱਲ ਨਹੀਂ, ਤੇਰੇ ਲਈ 2 ਰੋਟੀਆਂ ਦਾ ਆਟਾ ਸ਼ਾਇਦ ਜ਼ਿਆਦਾ ਮਹਿੰਗਾ ਹੋ ਗਿਆ, ਸਾਡੇ ਲਈ ਕੋਈ ਪ੍ਰੋਬਲਮ ਨਹੀਂ ਹੈ, ਤਾਂ ਤੂੰ ਸਾਡੇ ਕੋਲ ਛੱਡ ਜਾ। ਉਹ 2 ਮਹੀਨਿਆਂ ਬਾਅਦ ਲੜਕੀ ਸਾਡੇ ਕੋਲ ਵਾਪਸ ਆ ਗਈ। ਅੱਜ ਕੱਲ੍ਹ ਦੇ ਭੈਣ ਭਰਾ ਵੀ ਇੱਦਾਂ ਦੇ, ਮਤਲਬ ਨਹੀਂ ਸੰਭਾਲ ਸਕਦੇ ਹੈਗੇ। ਅੱਛਾ, ਮਤਲਬ ਇਹ ਨਹੀਂ ਵੀ ਸੰਭਾਲ ਨਹੀਂ ਸਕਦੇ, ਉਹਨਾਂ 'ਚ ਕੈਪੈਸਿਟੀ ਨਹੀਂ ਹੈ, ਉਹ ਕੈਪੇਬਲ ਨਹੀਂ ਹੈ, ਇੱਦਾਂ ਦਾ ਕੁਝ ਨਹੀਂ ਹੈ। ਸਭ ਕੁਝ ਕਰ ਸਕਦੇ ਜੋ ਆਪਣੀ ਔਲਾਦ ਲਈ ਕਰ ਸਕਦੇ ਆ, ਆਪਣੇ ਪਰਿਵਾਰ ਲਈ ਕਰ ਸਕਦੇ, ਅਤੇ ਇੱਕ ਭੈਣ ਲਈ ਵੀ ਕਰ ਸਕਦੇ ਹੈ, ਰਾਈਟ। ਸਿਰਫ ਗੱਲ ਇਹ ਹੈ ਵੀ ਉਹ ਭੱਜ ਰਹੇ ਆ, ਕੁਝ ਹੋਰ ਨਹੀਂ। ਉਹਨਾਂ ਨੂੰ ਇਹ ਕਿ ਹਾਂ ਜੇ ਗਲੋਂ ਲੱਥ ਰਿਹਾ ਹੈ ਬੋਝ ਤੇ ਲਾ ਦਿਓ, ਇਹੀ ਉਹਨਾਂ ਦੀ ਮਾਨਸਿਕ ਜਿਹੜੀ ਸਥਿਤੀ ਹੈ ਉਹ ਇਹੀ ਰਹੀ ਹੈ। ਅੱਛਾ, ਜੇਕਰ ਮੈਂ ਗੱਲ ਕਰਾਂ ਤੁਹਾਡੀ, ਹੈ ਨਾ, 35 ਤੋਂ ਸ਼ੁਰੂ ਕੀਤਾ, ਅਸੀਂ ਦੇਖ ਰਹੇ ਕਿ ਹੁਣ ਤੁਸੀਂ ਨਾਲ ਵੀ ਸ਼ੁਰੂ ਕਰ ਰਹੇ ਹੈਗੇ ਆ, ਕੀ ਲੋੜ ਮਹਿਸੂਸ ਹੋ ਰਹੀ ਹੈ? ਜ਼ਿੰਮੇਵਾਰੀ ਵਧੇਗੀ, ਬੋਝ ਵਧੇਗਾ, ਪਰ ਕੀ ਕਾਰਨ ਹੈ ਕਿ ਬੋਝ ਮੋਢਿਆਂ 'ਤੇ ਚੁੱਕਣਾ ਚਾਹੁੰਦੇ ਆ?
ਜਿੰਨੀ ਦੇਰ ਤੱਕ ਵਾਹਿਗੁਰੂ ਨੇ ਹਿੰਮਤ ਦਿੱਤੀ ਉਨੀ ਦੇਰ ਤੱਕ ਕਰਾਂਗੀ ਜੀ। ਕੋਈ ਗੱਲ ਨਹੀਂ, ਇਹ ਸਿਰਫ ਉਹਦੀ ਮੇਰ, ਮੈਂ ਨਹੀਂ ਕਰ ਰਹੀ, ਉਹੀ ਕਰਵਾ ਰਿਹਾ। ਅਗਰ ਮੈਂ ਤੰਦਰੁਸਤ ਨਾ ਹੋਵਾਂ, ਮੇਰੇ 'ਚ ਹਿੰਮਤ ਨਾ ਹੋਵੇ, ਮੈਂ ਆਪਣੇ ਆਪ ਨੂੰ ਨਾ ਸੰਭਾਲ ਸਕਾਂ, ਤਾਂ ਮੇਰੀ ਮਜਾਲ ਨਹੀਂ ਵੀ ਮੈਂ ਇਹ ਕੰਮ ਕਰ ਸਕਾਂ, ਮੈਂ ਇਹ ਸੇਵਾ ਕਰ ਸਕਾਂ। ਅਗਰ ਇਹ ਸਾਰਾ ਕੁਝ ਉਹਦੀ ਮਿਹਰ ਨਾਲ ਹੀ ਹੋ ਰਿਹਾ, ਉਹਨੇ ਹੀ ਹਿੰਮਤ ਦੇਣੀ ਹੈ, ਉਹਨੇ ਹੌਸਲਾ ਦੇਣਾ, ਤਾਂ ਜਿੰਨੀ ਦੇਰ ਤੱਕ ਹਿੰਮਤ ਹੌਸਲਾ ਹੈ ਉਨੀ ਦੇਰ ਕਰਾਂਗੀ। ਬਾਕੀ ਫਿਰ ਜਿਵੇਂ ਉਹਦਾ ਹੁਕਮ ਹੋਇਆ। ਤੇ ਪਰਿਵਾਰਕ ਮੈਂਬਰ ਵੀ ਇੱਥੇ ਆਉਂਦੇ, ਸਮਾਂ ਬਿਤਾ ਕੇ ਜਾਂਦੇ ਇਹਨਾਂ ਦੇ ਨਾਲ? ਹਾਂਜੀ, ਕਦੇ ਕਦੇ ਓਕੇਜਨਲੀ ਆਉਂਦੇ ਆ, ਮਤਲਬ ਇਹ ਇੰਟਰਸਟ ਮੇਰਾ ਹੈਗਾ। ਪਰ ਇਹ ਵੀ ਆ ਵੀ ਪਰਿਵਾਰਕ ਮੈਂਬਰ ਜਦੋਂ ਓਕੇਜਨਲੀ ਕਿਸੇ ਦਾ ਬਰਥਡੇ ਹੁੰਦਾ ਜਾਂ ਕੁਝ ਵੀ ਹੁੰਦਾ, ਤੇ ਫਿਰ ਉਹ ਇਹਨਾਂ ਨਾਲ ਸੈਲੀਬ੍ਰੇਟ ਕਰਦੇ ਆ ਜੀ। ਪਰ ਇਹ ਜ਼ਰੂਰ ਹੈ ਵੀ ਮੈਨੂੰ ਪੂਰਾ ਕੋਆਪਰੇਟ ਕਰਦੇ ਆ, ਮੈਨੂੰ ਕਦੇ ਨਹੀਂ ਰੋਕਿਆ ਟੋਕਿਆ ਕਿਸੇ ਨੇ ਜੀ। ਤੁਸੀਂ ਇੱਕ ਜਿਵੇਂ ਗੱਲ ਕਹੀ ਕਿ ਬਰਥਡੇ ਸੈਲੀਬ੍ਰੇਟ ਕਰਦੇ ਆ, ਹੈ ਨਾ, ਬਹੁਤ ਸਾਰੇ ਅਸੀਂ ਆਮ ਵੀ ਅੱਜ ਕੱਲ੍ਹ ਦੇਖਦੇ ਆ, ਹੈ ਨਾ, ਬਰਥਡੇ ਨੂੰ ਬੜੇ ਵੱਖ-ਵੱਖ ਤਰੀਕੇ ਨਾਲ ਮਨਾਉਂਦੇ। ਕਦੀ ਕੋਈ ਇੱਥੇ ਵੀ ਹੋਰ ਵੀ ਤੁਹਾਡੇ ਪਰਿਵਾਰ ਤੋਂ ਇਲਾਵਾ ਵੀ ਕੋਈ ਹੋਰ ਲੋਕ ਆਉਂਦੇ ਜਿਹੜੇ ਇਹਨਾਂ ਮਾਵਾਂ ਦੇ ਨਾਲ ਸਮਾਂ ਬਿਤਾਉਂਦੇ ਆ? ਜੀ ਕਾਫੀ ਲੋਕ ਆਉਂਦੇ ਆ। ਮੈਂ ਇਹ ਸੋਚਦੀ ਹਾਂ ਜਿਹੜੇ ਅਵੇਅਰ ਆ, ਜਿਨ੍ਹਾਂ ਨੂੰ ਇਹ ਲੱਗਦਾ ਵੀ ਬਾਕੀ ਦੇ ਖਰਚੇ ਕਰਨ ਨਾਲੋਂ ਇਹਨਾਂ ਮਾਵਾਂ ਨੂੰ ਖੁਸ਼ੀ ਦਿੱਤੀ ਜਾਵੇ, ਕਿਉਂਕਿ ਇਹ ਤਾਂ ਜਦੋਂ ਕਿਸੇ ਨੂੰ ਦੁਆ ਦਿੰਦੀਆਂ ਤੇ ਢੇਰ ਲਾ ਦਿੰਦੀਆਂ, ਠੀਕ ਹੈ ਨਾ, ਤੇ ਉਹ ਆਪਣੇ ਲਈ ਦੁਆਵਾਂ ਬਟੋਰਨ ਲਈ ਆਉਂਦੇ ਆ ਔਰ ਇਹਨਾਂ ਦੇ ਨਾਲ ਖੁਸ਼ੀ ਆਪਣੀ ਸਾਂਝੀ ਕਰਨ ਲਈ ਆਉਂਦੇ। ਇਹ ਵੀ ਖੁਸ਼ ਹੁੰਦੀ ਹੈ। ਅੱਛਾ, ਇਹ ਵੀ ਖੁਸ਼ ਹੁੰਦੀਆਂ ਨੇ। ਤੇ ਇੱਥੇ ਕਿੱਦਾਂ ਮਤਲਬ ਆਪਣੇ ਆਪ ਨੂੰ ਇਹ ਕਿੱਦਾਂ ਐਂਟਰਟੇਨ ਰੱਖਦੀਆਂ ਨੇ, ਆਪਣਾ ਜੀ ਕਿੱਦਾਂ ਲਾਈ ਰੱਖਦੀਆਂ ਆ? ਦੇਖੋ, ਇਹਨਾਂ ਦੀ ਇੱਕ ਰੂਟੀਨ ਆ। ਸਵੇਰ ਇੰਨੇ ਵਜੇ ਉੱਠਣਾ ਹੈਗਾ, ਨਹਾਉਣਾ ਹੈਗਾ, ਪਾਠ ਸੁਣਨਾ ਹੈਗਾ, ਫਿਰ ਨਾਸ਼ਤਾ ਹੋਏਗਾ, ਮਤਲਬ ਸਾਰੀ ਚੀਜ਼ ਦੀ ਰੂਟੀਨ ਆ। ਤਾਂ ਮੇਰੇ ਖਿਆਲ ਦੇ ਵਿੱਚ ਇਹਨਾਂ ਨੂੰ ਆਪਣੀ ਆਪਣੀ ਰੂਟੀਨ ਦਾ ਸਭ ਨੂੰ ਪਤਾ ਹੈਗਾ, ਤੇ ਇਹ ਆਪਣਾ ਹੱਕ ਸਮਝ ਕੇ ਸਾਰਾ ਕੁਝ ਕਰ ਰਹੇ। ਮਤਲਬ ਇਹਨਾਂ ਨੂੰ ਪਤਾ ਹੈ ਵੀ ਇਹ ਘਰ ਇਹਨਾਂ ਦਾ, ਠੀਕ ਹੈ ਨਾ। ਤੇ ਕਈ ਵਾਰੀ ਮੈਨੂੰ ਵੀ ਬੜੇ ਹੱਕ ਨਾਲ ਮਤਲਬ ਕਹਿੰਦੀਆਂ ਕੋਈ ਚੀਜ਼ ਜਿਹੜਾ ਉਹ ਜਤਾਉਂਦੀਆਂ ਹੱਕ ਨਾਲ ਜੀ। ਬਿਲਕੁਲ ਜੀ, ਅੱਛਾ, ਬਹੁਤ ਵਧੀਆ ਲੱਗਾ। ਔਰ ਬਹੁਤ ਵੱਡੀ ਜਿਹੜੀ ਤੁਹਾਡੀ ਸੇਵਾ ਆ, ਸ਼ਾਇਦ ਮੈਂ ਸ਼ਬਦਾਂ ਦੇ ਵਿੱਚ ਉਸ ਸੇਵਾ ਦਾ ਜ਼ਿਕਰ ਨਹੀਂ ਕਰ ਸਕਾਂਗੀ, ਪਰ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਕਿਉਂਕਿ ਜਿੱਥੇ ਆਪਾਂ ਪੂਰੀ ਜ਼ਿੰਦਗੀ ਕਮਾਉਂਦੇ ਹਾਂ, ਪਰ ਸਿਰਫ ਆਪਣੇ ਪਰਿਵਾਰ ਦੀਆਂ ਲੋੜਾਂ ਹੀ ਸਾਨੂੰ ਐਂ ਲੱਗਦਾ ਕਿ ਪੂਰੀਆਂ ਨਹੀਂ ਪੈਂਦੀਆਂ, ਅਜਿਹੇ ਦੌਰ ਦੇ ਵਿੱਚ ਕਿਸੇ ਹੋਰ ਦੇ ਲਈ ਕੁਝ ਕਰਨਾ ਬਹੁਤ ਵੱਡੀ ਗੱਲ ਹੈ। ਔਰ ਤੁਸੀਂ ਕਰ ਰਹੇ, ਖਾਸ ਕਰਕੇ ਮਾਵਾਂ ਦੇ ਲਈ ਕਰ ਰਹੇ ਆ। ਉਹਨਾਂ ਫੈਮਲੀਜ਼ ਨੂੰ ਜਿਹੜੀਆਂ ਆਪਣੀਆਂ ਮਾਵਾਂ ਨੂੰ ਘਰ ਤੋਂ ਬਾਹਰ ਦਾ ਰਸਤਾ ਦਿਖਾ ਦਿੰਦੇ ਨੇ, ਜਾਂ ਜਿਨ੍ਹਾਂ ਨੂੰ ਘਰ 'ਚ ਮਾਂ ਬੇਲੋੜੀ ਚੀਜ਼ ਲੱਗਦੀ ਹੈ, ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਵਾਹਿਗੁਰੂ ਨੂੰ ਯਾਦ ਰੱਖਣਾ ਚਾਹੀਦਾ, ਜ਼ਿੰਦਗੀ ਦੇ ਸੱਚ ਨੂੰ ਯਾਦ ਰੱਖਣਾ ਚਾਹੀਦਾ। ਅੱਜ ਜੋ ਵਕਤ ਇਹਨਾਂ ਤੇ ਆਇਆ, ਕੱਲ੍ਹ ਉਹਨਾਂ ਤੇ ਵੀ ਆਉਣਾ। ਮਤਲਬ ਮੇਰੀ ਆਪਣੀ ਇੱਕ ਸੋਚ ਹੈਗੀ ਹੈ ਵੀ ਇੱਦਾਂ ਦੇ ਆਸ਼ਰਮਾਂ ਦੀ ਲੋੜ ਪੈਣੀ ਨਹੀਂ ਚਾਹੀਦੀ, ਹੋਣਾ ਹੀ ਨਹੀਂ ਚਾਹੀਦੇ ਇੱਦਾਂ ਦੇ ਆਸ਼ਰਮ। ਹਾਂ, ਜਿਹੜੀਆਂ ਬਜ਼ੁਰਗ ਮਾਵਾਂ ਜਿਨ੍ਹਾਂ ਦੇ ਘਰਾਂ 'ਚ ਕੋਈ ਬਚਿਆ ਹੀ ਨਹੀਂ, ਮਤਲਬ ਉਹਨਾਂ ਦੀ ਹੈਲਪ ਕਰਨ ਵਾਲਾ ਕੋਈ ਨਹੀਂ ਹੈ, ਤਾਂ ਉਹਨਾਂ ਲਈ ਇਹ ਜ਼ਰੂਰ ਹੋਣੇ ਚਾਹੀਦੇ ਆ, ਤਾਂ ਕਿ ਉਹਨਾਂ ਦੀ ਜ਼ਿੰਦਗੀ ਜਿਹੜੀ ਇੱਕ ਅੱਛੀ ਗੁਜ਼ਰ ਸਕੇ। ਪਰ ਜਿਹੜੇ ਪਰਿਵਾਰ ਜਿਨ੍ਹਾਂ ਦੇ ਹੋਣ ਦੇ ਬਾਵਜੂਦ ਵੀ ਉਹ ਛੱਡ ਦਿੰਦੇ, ਕਿਉਂਕਿ ਦੇਖੋ ਇੱਕ ਚੀਜ਼ ਆ, ਬਜ਼ੁਰਗ ਮਾਵਾਂ ਨੂੰ ਜਿੰਨੀਆਂ ਮਰਜ਼ੀ ਸਹੂਲਤਾਂ, ਹੁਣ ਜਿਵੇਂ ਤੁਹਾਨੂੰ ਜ਼ਿਕਰ ਕੀਤਾ ਵੀ ਇੱਕ ਮਾਤਾ ਦੇ 4 ਬੇਟੇ ਸੀਗੇ, ਤਾਂ ਸਾਡੇ ਕੋਲੇ ਆਈ, ਉਹਨੂੰ ਹਾਲਾਂਕਿ ਪਤਾ ਵੀ ਉਹਨੂੰ ਬਾਹਰ ਕੱਢ ਦਿੱਤਾ ਗਿਆ, ਰਾਤ ਨੂੰ ਛੱਡ ਦਿੱਤਾ ਗਿਆ, ਪਰ ਜਦੋਂ ਹੀ ਉਹਦੀ ਫੈਮਿਲੀ ਆਈ, ਮਤਲਬ ਲਾਹਣਤਾ ਪੈਣ ਦੇ ਬਾਅਦ ਜਦੋਂ ਉਹ ਆਏ, ਤਾਂ ਉਹ ਆਪਣੇ ਪੋਤੇ ਨੂੰ ਬੜੀ ਬੇਸਬਰੀ ਦੇ ਨਾਲ ਮਿਲੀ। ਮਤਲਬ ਉਹਨਾਂ ਦਾ ਤਾਂ ਦਿਲ ਜੁੜਿਆ ਹੀ ਹੁੰਦਾ ਨਾ ਉਹਨਾਂ ਦੇ ਨਾਲ, ਹੈ ਨਾ। ਤਾਂ ਉਹ ਚੀਜ਼ਾਂ ਅਸੀਂ ਕਦੇ ਵੀ ਨਹੀਂ ਦੇ ਸਕਦੇ। ਤਾਂ ਬਜ਼ੁਰਗਾਂ ਦੀਆਂ ਉਹਨਾਂ ਭਾਵਨਾਵਾਂ ਦਾ ਵੀ ਖਿਆਲ ਸਾਨੂੰ ਰੱਖਣਾ ਚਾਹੀਦਾ, ਕਿਉਂਕਿ ਮੇਰੇ ਖਿਆਲ ਦੇ ਵਿੱਚ ਇਹ ਖਾਸ ਕਰਕੇ ਲੇਡੀਜ਼ ਨੂੰ ਮੈਂ ਅਪੀਲ ਕਰਨਾ ਚਾਹੁੰਦੀ ਹਾਂ ਵੀ ਜਿੱਦਾਂ ਤੁਸੀਂ ਆਪਣੇ ਬੇਟਿਆਂ ਨੂੰ ਪਿਆਰ ਕਰਦੀਆਂ ਨਾ, ਤੇ ਇਹ ਵੀ ਸੋਚਣਾ ਚਾਹੀਦਾ ਵੀ ਜਿਹੜਾ ਸਾਡਾ ਹਸਬੈਂਡ ਆ ਉਹ ਵੀ ਆਪਣੀ ਮਾਂ ਨੂੰ ਪਿਆਰ ਕਰੇ। ਮਤਲਬ ਮੇਰੀ ਇਹ ਅਪੀਲ ਹੈਗੀ ਆ ਵੀ ਆਪਣੀਆਂ ਡਿਊਟੀਜ਼ ਨੂੰ ਸਮਝਣਾ ਚਾਹੀਦਾ, ਵਕਤ ਦੀ ਨਬਜ਼ ਨੂੰ ਪਹਿਚਾਨਣਾ ਚਾਹੀਦਾ, ਕਿਉਂਕਿ ਇਹ ਸਾਡੀਆਂ ਬੇਸਿਕ ਜ਼ਿੰਮੇਵਾਰੀਆਂ। ਅਗਰ ਅਸੀਂ ਖੁਦ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਾਂਗੇ ਤਾਂ ਸਾਡੀ ਔਲਾਦ ਵੀ ਇਹੀ ਕੁਝ ਦੇਖੇਗੀ, ਤਾਂ ਫਿਰ ਅਸੀਂ ਵੀ ਆਪਣੇ ਕੱਲ੍ਹ ਦੀ ਕੋਈ ਜ਼ਿਆਦਾ ਉਮੀਦ ਨਾ ਰੱਖੀਏ। ਬਹੁਤ ਵਾਰੀ ਅਸੀਂ ਸਮਾਜ ਦੇ ਵਿੱਚ ਦੇਖਦੇ ਹਾਂ ਕਿ ਔਰਤਾਂ ਆਪਣੇ ਪਰਿਵਾਰ, ਆਪਣੇ ਘਰ ਦੇ ਲਈ ਆਪਣੇ ਹੱਕਾਂ ਦੀ ਬਲੀ ਦੇ ਦਿੰਦੀਆਂ ਨੇ, ਅਤੇ ਕਈ ਵਾਰ ਉਹਨਾਂ ਨੂੰ ਇਹ ਬਲੀ ਚੜ੍ਹਾ ਦਿੱਤਾ ਜਾਂਦਾ ਹੈ। ਇਸ ਵੇਲੇ ਸ਼ੁਭਕਰਮਨ ਸੇਵਾ ਸੁਸਾਇਟੀ ਦਾ ਜਿਹੜਾ ਮਾਵਾਂ ਬੇਸਹਾਰਾ ਮਾਵਾਂ ਦਾ ਆਸ਼ਰਮ ਹੈ, ਉੱਥੇ ਖੜ੍ਹੇ ਹਾਂ। ਕਈ ਕਹਾਣੀਆਂ ਨੇ ਜਿਨ੍ਹਾਂ ਨੂੰ ਸੁਣ ਕੇ ਜਾਂ ਤਾਂ ਤੁਹਾਡੀ ਰੂਹ ਕੰਬ ਜਾਵੇਗੀ, ਜਾਂ ਤੁਹਾਡੀਆਂ ਅੱਖਾਂ ਅੱਗੇ ਹਨੇਰਾ ਆ ਜਾਵੇਗਾ। ਕੁਛ ਮਾਵਾਂ ਦੀਆਂ, ਕੁਛ ਭੈਣਾਂ ਦੀਆਂ, ਕੁਛ ਉਹਨਾਂ ਔਰਤਾਂ ਦੀਆਂ ਜਿਨ੍ਹਾਂ ਨੂੰ ਜਿਸ ਘਰ ਦੇ ਲਈ ਉਹ ਜੀਆਂ, ਉਸੇ ਘਰ 'ਚੋਂ ਬਾਹਰ ਕੱਢ ਦਿੱਤਾ ਗਿਆ। ਮੈਡਮ ਡਾਕਟਰ ਰਣਦੀਪ ਕੌਰ ਮੇਰੇ ਨਾਲ ਨੇ, ਉਹਨਾਂ ਦੇ ਕੋਲੋਂ ਇਹਨਾਂ ਮਾਵਾਂ ਦੀਆਂ ਕਹਾਣੀਆਂ ਜਾਣਾਂਗੇ। ਜੀ ਮੈਮ, ਇਸ ਵੇਲੇ 35 ਦੇ ਕਰੀਬ ਮਾਵਾਂ, ਕੁਝ ਲੜਕੀਆਂ ਜਿਹੜੀਆਂ ਨੇ ਉਹ ਤੁਹਾਡੇ ਆਸ਼ਰਮ ਦੇ ਵਿੱਚ ਰਹਿ ਰਹੀਆਂ ਨੇ, ਕਿੱਦਾਂ ਦੀਆਂ ਉਹ ਸਮਾਜਿਕ ਕਹਾਣੀਆਂ ਨੇ ਜਿਹੜੀਆਂ ਇਹਨਾਂ ਦੇ ਨਾਵਾਂ ਦੇ ਨਾਲ ਜੁੜੀਆਂ ਹੋਈਆਂ ਨੇ? ਕੀ ਕੀ ਇਹਨਾਂ ਦੇ ਦਰਦ ਨੇ, ਅਤੇ ਕੀ ਕੀ ਹੰਡਾਇਆ ਇਹਨਾਂ ਨੇ? ਜਿਵੇਂ ਇਹ ਮਾਤਾ ਰੱਜੋ ਜੀ ਆ ਸਾਡੇ ਕੋਲੇ, ਇਹ ਤਰਨਤਾਰਨ ਦੇ ਏਰੀਏ ਦੇ ਆ, ਔਰ ਇਹਨਾਂ ਦਾ ਬੇਟਾ ਬਹੂ ਹੈਗੇ ਆ,
ਮਤਲਬ ਇਹਨਾਂ ਦੀ ਨੂੰਹ ਵੀ ਹੈਗੀ ਹੈ, ਪਰ ਇਹ ਕਹਿੰਦੇ ਵੀ ਮੇਰੀ ਨੂੰਹ ਮੈਨੂੰ ਰੱਖਣਾ ਨਹੀਂ ਚਾਹੁੰਦੀ। ਤਾਂ ਮਤਲਬ ਕੋਈ ਭਲੇ ਬੰਦੇ ਸੀ, ਉਹਨਾਂ ਨੂੰ ਲੱਗਿਆ ਵੀ ਬਜ਼ੁਰਗ ਮਾਤਾ ਦਾ ਬੁਰਾ ਹਾਲ ਹੋ ਰਿਹਾ, ਤੇ ਉਹ ਸਾਡੇ ਕੋਲੇ ਛੱਡ ਕੇ ਗਿਆ। ਹੁਣ ਇਹਨਾਂ ਦੀ ਅੱਖ ਦਾ ਆਪਰੇਸ਼ਨ ਵੀ ਹੋਇਆ, ਤੇ ਮਤਲਬ ਸਾਨੂੰ ਇਹ ਲੱਗਿਆ ਵੀ ਅਗਰ ਇਹ ਸਹੀ ਤਰੀਕੇ ਨਾਲ ਚੱਲਦੇ ਫਿਰਦੇ ਰਹਿਣਗੇ ਤਾਂ ਆਪਣੀ ਕਿਰਿਆ ਆਪ ਕਰਦੇ ਰਹਿਣਗੇ, ਕੋਈ ਨਾ ਇਹਨਾਂ ਨੂੰ ਵੀ ਦਿੱਕਤ ਨਹੀਂ ਆਏਗੀ, ਸਾਨੂੰ ਵੀ ਨਹੀਂ ਦਿੱਕਤ ਆਏਗੀ। ਮਤਲਬ ਪਰਿਵਾਰ ਹੋਣ ਦੇ ਬਾਵਜੂਦ ਵੀ ਇਹ ਸਾਡੇ ਕੋਲੇ ਹੈਗੇ, ਇਦਾਂ ਦੀਆਂ ਐਗਜ਼ਾਮਪਲਸ ਹੈਗੀਆਂ। ਤੇ ਇਹ ਲੜਕੀ ਜਿਹੜੀ ਹੈਗੀ ਇਹਦਾ ਐਕਚੁਅਲ ਦੇ ਵਿੱਚ ਨਾਮ ਪਰਮਜੀਤ ਕੌਰ ਆ, ਪਰ ਇਹ ਸਾਨੂੰ ਜਿਹੜਾ ਇਹਨੇ ਨਾਮ ਦੱਸਿਆ ਸੀ ਉਹ ਲక్ష్ਮੀ ਆ। ਇਹਦੇ ਬਾਰੇ 'ਚ ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਜਿਹੜੀ 2 ਮਹੀਨੇ ਤੋਂ ਬਾਅਦ ਵਾਪਸ ਆ ਗਈ ਘਰ। ਮਤਲਬ ਇਹਦੇ ਵੀ ਭਰਾ ਭਰਜਾਈ ਹੈਗੇ ਆ, ਪਰ ਉਹ ਬਹੁਤ ਸਾਰੇ ਮਤਲਬ ਐਕਸਕਿਊਜ਼ ਦਿੰਦੇ ਆ ਵੀ ਇਹ ਸਾਨੂੰ ਇਦਾਂ ਪਰੇਸ਼ਾਨ ਕਰਦੀ ਹੈ, ਪਰ ਇਹਦੀ ਸ਼ਕਲ ਦੇਖ ਕੇ ਤੁਹਾਨੂੰ ਲੱਗਦਾ ਵੀ ਇਹ ਕਿਸੇ ਨੂੰ ਪਰੇਸ਼ਾਨ ਕਰਦੀ ਹੋਏਗੀ। ਸਾਡੇ ਨਾਲ ਕਿਚਨ 'ਚ ਕੰਮ ਕਰਾਉਂਦੀ ਹੈ ਪੂਰਾ, ਸਵੇਰੇ ਸ਼ਾਮ ਪੂਰੀ ਡਿਊਟੀ ਦਿੰਦੀ ਹੈ, ਕੋਈ ਪਰੇਸ਼ਾਨੀ ਨਹੀਂ ਹੈ ਸਾਨੂੰ। ਕੀ ਇਹ ਹੁਣ ਸਿਹਤਮੰਦ ਹੈ? ਹਾਂਜੀ ਬਿਲਕੁਲ, ਕਿਉਂਕਿ ਪਹਿਲਾਂ ਦਿਮਾਗੀ ਤੌਰ ਤੇ ਪਰੇਸ਼ਾਨ ਸੀ, ਇਹ ਫਿਜ਼ੀਕਲੀ ਪਹਿਲਾਂ ਵੀ ਠੀਕ ਸੀ, ਤੇ ਪਰ ਉਸ ਇਹਦੀ ਮੈਰਿਜ ਵੀ ਪਹਿਲਾਂ ਹੋਈ ਆ, ਉੱਥੋਂ ਸਿਰਫ ਮੈਂਟਲੀ ਪ੍ਰੋਬਲਮ ਕਰਕੇ ਘਰ ਵਾਲੇ ਨਾਲੋਂ ਵੀ ਡਾਈਵੋਰਸ ਹੋ ਗਿਆ, ਤੇ ਹੁਣ ਭਰਾ ਭਰਜਾਈ ਵੀ ਨਹੀਂ ਰੱਖਣਾ ਚਾਹੁੰਦੇ, ਤਾਂ ਫਿਰ ਸਾਡੇ ਕੋਲੇ ਜੀ ਵੀ ਤੁਹਾਡੇ ਕੋਲ ਨੇ ਜੀ। ਜਿਵੇਂ ਇਹ ਮਾਤਾ ਜੀ ਬੈਠੇ ਨੇ, ਮਾਤਾ ਜੀ ਆ, ਜਿਵੇਂ ਇਹਨਾਂ ਦੇ ਮਾਤਾ ਜੀ ਦੇ ਪਰਿਵਾਰ 'ਚ ਕੋਈ ਹੈ ਹੀ ਨਹੀਂ, ਹਸਬੈਂਡ ਦੀ ਵੀ ਡੈਥ ਹੋ ਚੁੱਕੀ ਹੈ, ਬੱਚਿਆਂ ਦੀ ਵੀ ਡੈਥ ਹੋ ਚੁੱਕੀ ਹੈ, ਤੇ ਹੈ ਹੀ ਕੋਈ ਨਹੀਂ ਹੋਰ, ਬਾਕੀ ਦਿਓਰ ਜੇਠ ਕੋਈ ਰੱਖਣਾ ਨਹੀਂ ਚਾਹੁੰਦਾ। ਮਤਲਬ ਇਹ ਚਲੋ ਇਹਨਾਂ ਦਾ ਅਸੀਂ ਕੀ ਕਹਿ ਸਕਦੇ ਹਾਂ, ਦਰਦ ਕਿਤੇ ਨਾ ਕਿਤੇ ਜਾਇਜ਼ ਹੈ, ਕਿਉਂਕਿ ਦਿਓਰ ਜੇਠ, ਕਿਉਂਕਿ ਜਦੋਂ ਪਰਿਵਾਰਾਂ ਦੇ ਅੰਦਰ ਦੀ ਇਨਸਾਨੀਅਤ ਖਤਮ ਹੋ ਗਈ ਹੈ, ਤੇ ਜਿਹੜੇ ਕੀ ਕਹਿੰਦੇ ਨੇ, ਜਿਹੜੇ ਸ਼ਰੀਕਾਂ ਦੇ ਵਿੱਚ ਸ਼ਰੀਕੇ 'ਚ ਆ ਜਾਂਦੇ, ਉਹਨਾਂ ਤੇ ਅਸੀਂ ਕਾਹਦਾ ਗਿਲਾ ਕਰ ਸਕਦੇ ਹਾਂ। ਇਹ ਲੜਕੀ ਪਲਕ ਆ, ਪਰ ਇਹਦੇ ਘਰ ਵਾਲਿਆਂ ਨੇ ਜੋ ਇਹਦਾ ਨਾਮ ਦੱਸਿਆ ਉਹ ਭਾਵਨਾ। ਇਹ ਲੁਧਿਆਣੇ ਦੀ ਰਹਿਣ ਵਾਲੀ ਹੈ, ਸਾਨੂੰ ਜਲੰਧਰ ਬਾਈਪਾਸ ਦੇ ਨੇੜੇ ਮਤਲਬ ਬੜੀ ਬੁਰੀ ਹਾਲਤ ਦੇ ਵਿੱਚ ਪੈਦਲ ਜਾਂਦੀ ਮਿਲੀ ਸੀ ਸਰਦੀਆਂ 'ਚ, ਮਾਰਚ ਦੇ ਮਹੀਨੇ ਦੇ ਵਿੱਚ। ਤੇ ਜੋ ਸਾਡੇ ਕੋਲੇ ਆਈ, ਫਿਰ ਹੌਲੀ ਹੌਲੀ ਅਸੀਂ ਐਡਰੈਸ ਪੁੱਛਿਆ, ਤੇ ਹੁਣ 15 ਕੁ ਦਿਨ ਪਹਿਲਾਂ ਅਸੀਂ ਇਹਦੇ ਘਰ ਵੀ ਗਏ ਸੀ ਇਹਨੂੰ ਨਾਲ ਲੈ ਕੇ। ਮਤਲਬ ਇਹਨੇ ਐਡਰੈਸ ਦੱਸਿਆ, ਉਹ ਸਹੀ ਸੀਗਾ, ਪਰ ਅੱਗੋਂ ਜਦੋਂ ਗਏ ਤਾਂ ਇਸ ਟਾਈਮ ਦੇ ਬਿਟਵੀਨ ਇਹਦੇ ਮਦਰ ਔਰ ਫਾਦਰ ਦੋਨਾਂ ਦੀ ਡੈਥ ਹੋ ਚੁੱਕੀ ਸੀ। ਤੇ ਜਿਹੜੀ ਭਾਬੀ ਔਰ ਭੈਣ ਜਾਂ ਪਰਿਵਾਰਕ ਮੈਂਬਰ ਹੋਰ ਸੀ, ਤੇ ਉਹਨਾਂ ਨੇ ਸਾਫ਼ ਜਵਾਬ ਦੇ ਦਿੱਤਾ ਵੀ ਅਸੀਂ ਇਹਨੂੰ ਰੱਖਣਾ ਨਹੀਂ ਚਾਹੁੰਦੇ। ਤਾਂ ਮਤਲਬ ਇਹਦੀ ਪਹਿਲਾਂ ਵੀ ਇੱਕ ਮੈਰਿਜ ਹੋਈ ਸੀ, ਮੈਰਿਜ ਤੋਂ ਇੱਕ ਬੱਚਾ ਵੀ ਸੀ, ਤੇ ਜਦੋਂ ਇਹ ਮੈਂਟਲੀ ਪਰੇਸ਼ਾਨ ਸੀ, ਉਹਨੂੰ ਵੀ ਨਹੀਂ ਸੀ ਸੰਭਾਲਦੀ, ਤੇ ਉਹਨਾਂ ਨੇ ਉਹ ਬੱਚੇ ਨੂੰ ਕਿਤੇ ਅਡਾਪਟ ਕਰਾ ਦਿੱਤਾ ਹੋਇਆ, ਤੇ ਹੁਣ ਇਹ ਜੀ ਬਿਲਕੁਲ। ਕਿਸ ਤਰ੍ਹਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਦੇ ਵਿੱਚੋਂ ਇਹ ਕੁੜੀਆਂ ਆ ਰਹੀਆਂ ਨੇ, ਮਿਡਲ ਕਲਾਸ ਜਾਂ ਕਿਵੇਂ, ਕਿਹੜੇ ਪਰਿਵਾਰ? ਤਕਰੀਬਨ ਮਿਡਲ ਕਲਾਸ ਫੈਮਿਲੀ 'ਚ। ਜੀ ਜੀ ਬਿਲਕੁਲ 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 ਜੀ ਬਿਲਕੁਲ ਜੀ। ਜਿਵੇਂ ਇਹ ਤੁਹਾਡੇ ਕੋਲ ਬੈਠੇ ਨੇ, ਇਹ ਜਿਹੜੇ ਮਨੁੱਖਤਾ ਦੀ ਸੇਵਾ ਵਾਲੇ ਭਾਈ ਗੁਰਪ੍ਰੀਤ ਸਿੰਘ ਜੀ ਮਿੰਟੂ ਜੀ ਹੈ, ਉਹਨਾਂ ਦੇ ਨਾਲ ਇਹ ਸਾਨੂੰ ਰੇਲਵੇ ਸਟੇਸ਼ਨ ਤੋਂ ਮਿਲੀ ਸੀ। ਮਤਲਬ ਉਹਨਾਂ ਨੂੰ ਵੀ ਇਨਫੋਰਮੇਸ਼ਨ ਮਿਲੀ ਸੀ, ਮੈਨੂੰ ਵੀ ਮਿਲੀ ਸੀ। ਫਿਰ ਉਹਨਾਂ ਕੋਲੇ ਲੇਡੀਜ਼ ਨੂੰ ਰੱਖਣ ਦੀ, ਲੜਕੀਆਂ ਨੂੰ ਰੱਖਣ ਦੀ ਜਗ੍ਹਾ ਨਹੀਂ ਹੈ, ਤਾਂ ਉਹਨਾਂ ਨੇ ਮੇਰੇ ਤੋਂ ਕੋਆਪਰੇਸ਼ਨ ਮੰਗੀ, ਤੇ ਅਸੀਂ ਦੋਨੇ ਇਹਨਾਂ ਨੂੰ ਇੱਥੇ ਲੈ ਕੇ ਆਏ। ਮਤਲਬ ਉਸ ਟਾਈਮ 'ਤੇ ਕਾਫੀ ਇਹ ਪਰੇਸ਼ਾਨ ਸੀਗੇ, ਤੇ ਹੁਣ ਜਿੱਦਾਂ ਤੁਸੀਂ ਥੋੜ੍ਹੀ ਦੇਰ ਪਹਿਲਾਂ ਵੀ ਸ਼ਾਇਦ ਇਹਨਾਂ ਨੂੰ ਸੁਣਿਆ, ਤੇ ਇਹ ਕਹਿੰਦੇ ਮੈਨੂੰ ਇੱਦਾਂ ਲੱਗਦਾ ਵੀ ਤੁਹਾਨੂੰ ਰੱਬ ਨੇ ਮੇਰੇ ਕੋਲੇ ਭੇਜਿਆ ਮੈਨੂੰ ਬਚਾਉਣ ਲਈ। ਮਤਲਬ ਇਹ ਇਹਨਾਂ ਦੀ ਫੀਲਿੰਗ ਹੈ। ਔਰ ਹੁਣ ਜਦੋਂ ਇਹਨਾਂ ਨਾਲ ਗੱਲਬਾਤ ਕਰਦੇ ਆ, ਤੇ ਇਹ ਦੱਸਦੇ ਆ ਵੀ ਇਹਨਾਂ ਦੇ ਹਸਬੈਂਡ ਨੇ ਸ਼ਾਇਦ ਸੈਕਿੰਡ ਮੈਰਿਜ ਕਰ ਲਈ ਹੋਈ ਹੈ, ਔਰ ਇੱਕ ਬੱਚਾ ਸੀ, ਉਹਦੀ ਡੈਥ ਹੋ ਚੁੱਕੀ ਹੈ। ਬਾਕੀ ਹੌਲੀ ਹੌਲੀ ਮਤਲਬ ਇਹ ਆਪਣੀ ਸਟੋਰੀ ਦੱਸਣਗੇ, ਹਾਲੇ ਜੋ ਇਹਨਾਂ ਨੇ ਦੱਸਿਆ ਉਹ ਇਹ ਹੈ ਜੀ। ਮਤਲਬ ਇਹ ਕਦੀ ਕਦੀ ਤੁਹਾਡੇ ਨਾਲ ਗੱਲਾਂ ਕਰਦੇ, ਆਪਣੀਆਂ ਜਿਹੜੀਆਂ ਹੱਡ ਬੀਤੀਆਂ ਨੇ ਜਾਂ ਕਿਵੇਂ, ਉਹ ਤੁਹਾਨੂੰ ਦੱਸਦੇ ਆ? ਜੀ ਬਿਲਕੁਲ ਦੱਸਦੇ ਆ, ਮਤਲਬ ਕਦੇ ਕਦੇ ਦੱਸਦੇ ਆ, ਸ਼ਾਇਦ ਇਹ ਅੰਦਰੋਂ ਕਿਤੇ ਡਰਦੇ ਵੀ ਹੁੰਦੇ ਆ, ਮਤਲਬ ਪੂਰੀ ਗੱਲ ਨਹੀਂ ਦੱਸਦੇ। ਔਰ ਅਸੀਂ ਫਿਰ ਇਹਨਾਂ ਨੂੰ ਫੋਰਸ ਵੀ ਨਹੀਂ ਕਰਦੇ ਵੀ ਕੋਈ ਗੱਲ ਨਹੀਂ, ਟਾਈਮ ਪੈਣ ਦਿਓ, ਤੇ ਹੌਲੀ ਹੌਲੀ ਸਟੇਬਲ ਹੋਣਗੇ ਤਾਂ ਦੱਸ ਦੇਣਗੇ। ਜੇਕਰ ਮੈਂ ਇਹਨਾਂ ਦੀ ਗੱਲ ਕਰਾਂ, ਇਹਨਾਂ ਦੀ ਵੀ ਉਮਰ ਜ਼ਿਆਦਾ ਨਹੀਂ ਲੱਗਦੀ ਹੈਗੀ, ਇਹ ਤੁਹਾਡੇ ਤੱਕ? ਇਹ ਕਿਸੇ ਹੋਰ ਸਟੇਟ ਤੋਂ ਆ, ਤੇ ਇਹ ਪੰਜਾਬ ਜਿੱਦਾਂ ਪਹੁੰਚੇ, ਤੇ ਇਹ ਸ਼ਾਇਦ ਇਹ ਆ ਵੀ ਕਿਸੇ ਭਿਖਾਰੀ ਗਰੁੱਪ ਦੇ ਸ਼ਾਇਦ ਇਹ ਮਤਲਬ ਹੱਥੇ ਚੜੇ ਹੋਣਗੇ। ਤਾਂ ਤੁਸੀਂ ਅਗਰ ਦੇਖੋਗੇ ਤਾਂ ਇਹਨਾਂ ਦੇ ਦੋਨੇ ਹੱਥ ਬਰਾਬਰ ਤੋਂ ਕੱਟੇ ਹੋਏ ਆ, ਮਤਲਬ ਜਿੱਦਾਂ ਭਿਖਾਰੀ ਨਹੀਂ ਭੀਖ ਮੰਗਵਾਉਣ ਲਈ, ਹਾਂਜੀ, ਕਿਸੇ ਨੂੰ ਮਜਬੂਰ ਕੀਤਾ ਜਾਂਦਾ, ਤਾਂ ਉੱਦਾਂ ਦੀ ਇਹਨਾਂ ਦੀ ਕੰਡੀਸ਼ਨ ਹੈ। ਪਰ ਹੁਣ ਇਹ ਪਹਿਲਾਂ ਤੋਂ ਬਹੁਤ ਰਿਕਵਰ ਕਰ ਚੁੱਕੇ ਹੋਏ। ਜੀ ਮਤਲਬ ਇੱਥੇ ਹਰ ਕੋਈ ਬੰਦਾ ਜਿਹੜਾ ਤੁਹਾਨੂੰ ਮਿਲੇਗਾ ਉਹਦੀ ਆਪਣੀ ਇੱਕ ਸਟੋਰੀ ਹੈ, ਬਿਲਕੁਲ ਵੱਖਰੀ। ਹਾਂ ਬੇਕਾਰ ਉਹ ਕੋਈ ਸਰੀਰਕ ਤਸ਼ੱਦਦ ਦੇ ਵਿੱਚੋਂ ਨਿਕਲਿਆ, ਤਸ਼ੱਦਦ ਹੋਇਆ ਉਹਦੇ ਤੇ, ਮਤਲਬ ਉਹ ਕਿਤੇ ਨਾ ਕਿਤੇ ਜੇ ਕਿਸਮਤ ਨੇ ਉਹਦੇ ਨਾਲ ਕੋਈ ਊਚ ਨੀਚ ਕੀਤੀ, ਤਾਂ ਘਰਦਿਆਂ ਨੇ ਵੀ ਉਹਨੂੰ ਕੋਈ ਜ਼ਿਆਦਾ ਸਪੋਰਟ ਨਹੀਂ ਕੀਤਾ। ਅੱਛਾ, ਜਿਵੇਂ ਅਸੀਂ ਗੱਲ ਕਰ ਰਹੇ ਹਾਂ ਨਾ, ਅਸੀਂ ਇੱਕ ਔਰਤ ਜਿਹੜੀ ਇੱਕ ਔਰਤ ਨੂੰ ਬਿਹਤਰ ਤਰੀਕੇ ਨਾਲ ਸਮਝ ਸਕਦੀ ਹੈ। ਸੋ ਤੁਸੀਂ ਜਿਵੇਂ ਦੱਸਿਆ ਕਿ ਜੇ ਇਹਨਾਂ ਨੂੰ ਕੋਈ ਬਿਮਾਰੀ, ਅਸੀਂ ਦਵਾ ਦਾਰੂ ਤਾਂ ਕਰਦੇ ਹਾਂ, ਬਟ ਇੱਕ ਮੈਂਟਲ ਕਾਉਂਸਲਿੰਗ ਹੁੰਦੀ ਹੈ ਕਿ ਇੱਕ ਔਰਤ ਨੂੰ ਫੀਲ ਕਰਵਾਉਣਾ ਹੈ, ਕਿਉਂਕਿ ਇੱਥੇ ਅਸੀਂ ਇਹਨਾਂ ਨੂੰ ਲੈ ਆਏ ਹਾਂ, ਤਾਂ ਇਹ ਨਹੀਂ ਹੁੰਦਾ ਕਿ ਅਸੀਂ ਹੁਣ ਇਹਨਾਂ ਨੂੰ ਵਿਚਾਰਿਆਂ ਵਾਂਗੂ ਟਰੀਟ ਕਰੀਏ ਵੀ ਤੁਹਾਡੇ ਪਰਿਵਾਰ ਨੇ ਛੱਡ ਤਾ, ਤੁਸੀਂ ਵਿਚਾਰੇ ਆ ਕਿ ਕੋਸ਼ਿਸ਼ ਕਰਦੇ ਕਿ ਇਹਨਾਂ ਨੂੰ ਅੰਦਰੋਂ ਸਟਰੋਂਗ ਵੀ ਕੀਤਾ ਜਾਵੇ ਹਾਲਾਤਾਂ ਨਾਲ ਲੜਨ ਲਈ। ਕਰਦੇ ਹਾਂ ਜੀ, ਕਿਉਂਕਿ ਇਸੇ ਕਰਕੇ ਸ਼ਾਇਦ ਅਸੀਂ ਬਹੁਤ ਸਾਰੇ ਪੇਸ਼ੈਂਟ ਨਹੀਂ ਲੈ ਕੇ ਆਉਂਦੇ। ਮਤਲਬ ਰੋਜ਼ ਦੇ ਜਿੱਦਾਂ 4-5 ਫੋਨ ਆ, ਤਾਂ ਅਸੀਂ 1-2 ਪੇਸ਼ੈਂਟ ਲੈ ਕੇ ਆਉਂਦੇ ਹਾਂ, ਵਿੱਚੋਂ ਮਤਲਬ ਕਈਆਂ ਨੂੰ ਮਨਾ ਵੀ ਕਰਨਾ ਪੈਂਦਾ। ਉਹਦਾ ਮਤਲਬ ਸਿਰਫ ਇਹ ਕਿ ਵੀ ਆਪਾਂ ਇਹਨਾਂ ਨੂੰ ਇੱਕ ਅੱਛੀ ਜ਼ਿੰਦਗੀ ਦੇ ਸਕੀਏ, ਇੱਕ ਇਹਨਾਂ ਦੇ ਮਾਣ ਸਨਮਾਨ ਵਾਲੀ, ਪਿਆਰ ਵਾਲੀ ਜ਼ਿੰਦਗੀ ਇਹਨਾਂ ਨੂੰ ਦੇ ਸਕੀਏ। ਕਿਉਂਕਿ ਜੇ ਇਹਨਾਂ ਨੂੰ ਆਪਾਂ ਉਸ ਪਿਛਲੇ ਮਾਹੌਲ 'ਚੋਂ ਬਾਹਰ ਹੀ ਨਹੀਂ ਕੱਢਿਆ, ਤਾਂ ਫਿਰ ਆਪਾਂ ਕੀ ਕੀਤਾ।
ਮਤਲਬ ਇਹ ਮੈਨੂੰ ਲੱਗਦਾ ਵੀ ਮੇਰਾ ਮੋਟਿਵ ਇਹ ਹੋਣਾ ਚਾਹੀਦਾ। ਔਰ ਉਹਦੇ ਤਹਿਤ ਇਹ ਵੀ ਹੁੰਦਾ ਵੀ ਜਦੋਂ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਔਰ ਇੱਕ ਚੀਜ਼ ਹੋਰ ਦੇਖੋ ਵੀ ਜਦੋਂ ਇਸ ਚਾਰ ਦੀਵਾਰੀ ਦੇ ਅੰਦਰ ਆ ਜਾਂਦੇ ਨਾ ਤਾਂ ਇਹਨਾਂ ਨੂੰ ਖੁਦ ਨੂੰ ਇੱਕ ਯਕੀਨ ਹੋ ਜਾਂਦਾ ਵੀ ਅਸੀਂ ਇੱਕ ਸੇਫ ਜਗ੍ਹਾ 'ਤੇ ਆ, ਤਾਂ ਉਹ ਫੈਕਟਰ ਵੀ ਇਹਨਾਂ ਦੇ ਠੀਕ ਹੋਣ ਦੇ ਵਿੱਚ ਕਾਫੀ ਸਹਾਈ ਹੁੰਦਾ ਜੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਡਾਕਟਰ ਸਾਹਿਬ, ਤੁਸੀਂ ਇਹਨਾਂ ਦੀ ਟੇਕ ਕੇਅਰ ਕਰ ਰਹੇ ਆ। ਸੋ ਅਸੀਂ ਤੁਹਾਨੂੰ ਇੱਥੇ ਜੋ ਆਸ਼ਰਮ ਦੇ ਵਿੱਚ ਜੋ ਔਰਤਾਂ ਨੇ ਜੋ ਕਾਫੀ ਦਰਦ ਹੰਢਾ ਕੇ ਆਈਆਂ, ਉਹਨਾਂ ਦੀਆਂ ਕਹਾਣੀਆਂ ਦੇ ਰੂਬਰੂ ਕਰਵਾਇਆ, ਜਿਸ ਦਾ ਕਾਰਨ ਇਹੀ ਸੀ ਕਿ ਆਪਣੇ ਪਰਿਵਾਰ ਦੇ ਕਿਸੇ ਵੀ ਜੀਅ ਨੂੰ ਜੇਕਰ ਕੋਈ ਭਾਰੀ ਪੈ ਵੀ ਗਈ ਹੈ, ਕੋਈ ਮੁਸ਼ਕਿਲ ਪੈ ਵੀ ਗਈ ਹੈ, ਤੇ ਇੱਦਾਂ ਘਰਾਂ ਤੋਂ ਬਾਹਰ ਨਾ ਕੱਢੋ। ਬਹੁਤ ਕੁਝ ਸਹਿਣਾ ਪੈਂਦਾ ਆ, ਸਾਨੂੰ ਵੀ ਪਤਾ ਹੈ ਕਿ ਦੁਨੀਆ ਕਿੰਨੀ ਕੁ ਜ਼ਾਲਮ ਹੈ। ਸੋ ਜੇਕਰ ਚਾਰੇ ਪਾਸੇ ਤੁਸੀਂ ਨਹੀਂ ਕਰ ਸਕਦੇ ਤਾਂ ਤੁਸੀਂ ਪਹਿਲੀ ਗੱਲ ਤਾਂ ਸੋਚ ਵੀ ਨਹੀਂ ਰੱਖਣੀ ਚਾਹੀਦੀ, ਪਰ ਫਿਰ ਵੀ ਕਿਸੇ ਦਾ ਪਰਿਵਾਰ ਦਾ ਜੀ ਨਹੀਂ ਹੈ, ਕੋਈ ਬਹੁਤ ਮਾੜੇ ਹਾਲਾਤਾਂ 'ਚ, ਤੇ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਉਹਦੇ ਨਾਲ ਖੜੀਏ। ਪਰ ਉਂਝ ਕੋਸ਼ਿਸ਼ ਕਰੋ ਕਿ ਆਪਣੇ ਘਰਾਂ ਦੀਆਂ ਔਰਤਾਂ ਨੂੰ ਮਜ਼ਬੂਤ ਸਥਿਤੀ ਦੇ ਵਿੱਚ ਲੈ ਕੇ ਆਈਏ। ਜੇਕਰ ਉਹ ਸਾਡੀਆਂ ਮਾਵਾਂ ਨੇ ਤੇ ਅਸੀਂ ਉਹਨਾਂ ਦੀ ਸਾਂਭ ਸੰਭਾਲ ਕਰੀਏ। ਜੇ ਉਹ ਸਾਡੀ ਜੀਵਨ ਸਾਥੀ ਹੈ, ਜੇ ਅੱਜ ਕੋਈ ਬੁਰਾ ਟਾਈਮ ਆ ਗਿਆ ਆ ਤੇ ਜੇ ਉਹ ਸਾਡੇ ਤੇ ਆਇਆ ਹੁੰਦਾ ਤੇ ਉਹ ਸਾਡੇ ਨਾਲ ਖੜਦੀ, ਸਾਰੀ ਜ਼ਿੰਦਗੀ ਕੱਟਦੀ, ਪਰ ਅਸੀਂ ਉਹਦੇ ਤੋਂ ਬੇਮੁਖ ਕਿਉਂ ਹੋ ਰਹੇ ਹੈਗੇ ਆ। ਭਰਾ ਭਰਜਾਈਆਂ ਨੂੰ ਵੀ ਸੋਚਣਾ ਚਾਹੀਦਾ, ਜੇ ਇਹੀ ਅੱਗੇ ਉਹਨਾਂ ਦੀ ਧੀ ਨਾਲ, ਉਹਨਾਂ ਦੇ ਕਿਸੇ ਆਪਣੇ ਦੇ ਨਾਲ ਹੋਵੇ ਤੇ ਫਿਰ ਉਹਨਾਂ 'ਤੇ ਕੀ ਬੀਤੇਗਾ। ਸੋ ਇਹ ਔਰਤ ਦੀਆਂ ਕਹਾਣੀਆਂ ਨੇ ਜਿਨ੍ਹਾਂ ਦੇ ਵਿੱਚ ਦਰਦ ਹੈ, ਔਰ ਜੋ ਇਹ ਦਰਦ ਲਗਾਤਾਰ ਹੰਢਾ ਰਹੀਆਂ ਨੇ। ਚਾਰ ਦੀਵਾਰੀ 'ਚ ਰਹਿਣ ਵਾਲੀਆਂ ਔਰਤਾਂ ਵੀ ਬਹੁਤ ਕੁਛ ਹੰਢਾਉਂਦੀਆਂ ਨੇ, ਕਈਆਂ ਨੇ ਸਹੁੰ ਚੁੱਕੀ ਹੁੰਦੀ ਹੈ ਕਿ ਘਰ ਤੋਂ ਬਾਹਰ ਪੈਰ ਨਹੀਂ ਪੁੱਟਣਾ। ਕੋਸ਼ਿਸ਼ ਕਰੀਏ ਕਿ ਅਸੀਂ ਆਪਣੇ ਘਰਾਂ ਦੀਆਂ ਔਰਤਾਂ ਦਾ ਸਨਮਾਨ ਕਰੀਏ, ਉਹਨਾਂ ਨੂੰ ਬਣਦੇ ਹੱਕ ਦਈਏ, ਤਾਂ ਕਿ ਜਿਹੜਾ ਸਾਡਾ ਸਮਾਜ ਹੈ ਉਹ ਸੁਰਖਰੂ ਸਮਾਜ ਦੀ ਅਸੀਂ ਸਿਰਜਣਾ ਕਰ ਸਕੀਏ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਤੁਸੀਂ ਸਾਡੇ ਨਾਲ ਜੁੜੇ। ਤੇ ਡਾਕਟਰ ਰਣਦੀਪ ਕੌਰ ਹੁਣੀ ਜੋ ਇਹਨਾਂ ਤਮਾਮ ਔਰਤਾਂ ਦੀ ਟੇਕ ਕੇਅਰ ਕਰ ਰਹੇ ਨੇ, ਇਹ ਆਪਣੇ ਆਪ ਦੇ ਵਿੱਚ ਵਧਾਈ ਦੇ ਪਾਤਰ ਨੇ, ਤੇ ਉਹਨਾਂ ਔਰਤਾਂ ਦੇ ਲਈ ਇੱਕ ਸੇਧ ਵੀ ਨੇ ਕਿ ਦੇਖੋ ਤੁਸੀਂ ਆਪਣੇ ਘਰ ਦੇ ਇੱਕ ਜੀਅ ਨੂੰ ਨਹੀਂ ਪਾਲ ਸਕਦੇ, ਪਰ ਇਹਨਾਂ ਦਾ ਵੀ ਤਾਂ ਜ਼ਿਗਰਾ ਹੈ, ਇਹਨਾਂ ਦੀ ਵੀ ਤਾਂ ਕੋਈ ਕਹਾਣੀ, ਕੋਈ ਪ੍ਰੇਰਨਾ ਹੈ, ਜੋ ਇਹ ਇੰਨੇ ਸਾਰੇ ਜਿਹੜੇ ਪਰਿਵਾਰਾਂ ਦੀਆਂ ਔਰਤਾਂ ਨੇ ਉਹਨਾਂ ਦੇ ਲਈ ਇੰਨਾ ਕੁਛ ਕਰ ਰਹੇ ਨੇ।